ਜੇ ਹਰ ਉਸ ਕਿਰਤ ਦੇ ਵਿੱਚ ਜਿੱਥੇ ਗੁਰੂ ਦਾ ਗਿਆਨ ਨੂੰ ਆਧਾਰ ਬਣਾ ਕੇ ਸੱਚ ਦੇ ਆਧਾਰ ਦੇ ਉੱਤੇ ਉਹ ਕਿਰਤ ਖੜੀ ਕੀਤੀ ਗਈ ਹੋਵੇ ਤਾਂ ਉਹ ਗੁਰੂ ਦੇ ਘਰ ਦੇ ਵਿੱਚ ਪ੍ਰਵਾਨ ਹੁੰਦੀ ਹੈ। ਕਿਰਤ ਜਿਹੜੀ ਗੁਰੂ ਨਾਨਕ ਦਾ ਘਰ ਜਿਸ ਕਿਰਤ ਦੀ ਗੱਲ ਕਰਦਾ ਉਹ ਡਿਵੀਜ਼ਨ ਪੈਦਾ ਨਹੀਂ ਕਰਦੀ। ਉਹ ਅਮੀਰ ਗਰੀਬ ਚੰਗਾ ਮਾੜਾ ਜਾਂ ਉੱਚਾ ਨੀਚਾ ਇਹੋ ਜਿਹੀਆਂ ਡਿਵੀਜ਼ਨਸ ਦੇ ਵਿੱਚੋਂ ਨਹੀਂ ਜਾਂਦੀ। ਉਹ ਸਿਰਫ ਇੱਕ ਗੱਲ ਕਰਦੀ ਹੈ ਕਿ ਕਿਰਤ ਉਹ ਪ੍ਰਵਾਨ ਹੈ ਜਿਹਦੇ ਵਿੱਚ ਸੱਚਾਈ ਆ। ਔਰ ਸੱਚਾਈ ਕਿੱਥੋਂ ਆਉਣੀ ਹੈ? ਗੁਰੂ ਦੇ ਗਿਆਨ ਦੇ ਵਿੱਚੋਂ। ਭਾਈ ਲਾਲੋ ਉਹਨਾਂ ਦੀ ਰੋਟੀ ਨੂੰ ਉਹ ਲੈ ਲੈਂਦੇ ਆ ਤਾਂ ਉਹ ਸਾਨੂੰ ਇਹ ਸਮਝਣ ਨੂੰ ਉਹ ਸਾਨੂੰ ਮਜਬੂਰ ਕਰਦਾ ਹੈ ਕਿ ਜਿਹੜਾ ਤਰਖਾਣ ਹੈ ਉਹਦੀ ਕਿਰਤ ਨੂੰ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ, ਪਰ ਜਿਹੜਾ ਇੱਕ ਸਰਕਾਰੀ ਅਫਸਰ ਹੈ ਉਹਦੀ ਕਿਰਤ ਜਿਹੜੀ ਉਹਨਾਂ ਨੇ ਮਨਜ਼ੂਰ ਨਹੀਂ ਕੀਤੀ। ਜਦ ਕਿ ਗੱਲ ਇਹ ਨਹੀਂ, ਉਹ ਸਰਕਾਰੀ ਅਫਸਰਸ਼ਾਹੀ ਦੇ ਵਿੱਚ ਰਹਿ ਕੇ ਲੋਕਾਂ ਦਾ ਖੂਨ ਚੂਸ ਰਿਹਾ ਸੀ। ਜੋ ਉਸ ਦੀ ਕਿਰਤ ਦਾ ਮੂਲ ਆਧਾਰ ਸੀ ਉਹ ਝੂਠ ਸੀ, ਉਹ ਫਰੇਬ ਸੀ, ਉਹ ਲੋਕਾਂ ਦਾ ਹੱਕ ਖਾਣ ਦਾ ਆਧਾਰ ਸੀ। ਔਰ ਉਸ ਆਧਾਰ ਨੂੰ ਗੁਰੂ ਨਾਨਕ ਨੇ ਨਕਾਰਿਆ। ਜੇ ਸਿਰਫ ਇਹੀ ਗੱਲ ਹੁੰਦੀ ਨਾ ਕਿ ਅਮੀਰ ਦੀ ਰੋਟੀ ਜਿਹੜੀ ਆ ਉਹ ਹਮੇਸ਼ਾ ਹੀ ਮਨਾ ਹੁੰਦੀ ਜਾਂ ਇਸ ਤਰੀਕੇ ਨਾਲ ਹੁੰਦਾ, ਤਾਂ ਦੀਵਾਨ ਟੋਡਰ ਮੱਲ ਦੇ ਹਿੱਸੇ ਕਦੀ ਵੀ ਗੁਰੂ ਘਰ ਦੀ ਏਡੀ ਵੱਡੀ ਜਿਹੜੀ ਸੇਵਾ ਉਹਦੇ ਹਿੱਸੇ ਨਾ ਆਉਂਦੀ। ਦੀਵਾਨ ਟੋਡਰ ਮੱਲ ਦੇ ਹਿੱਸੇ ਦੁਨੀਆ ਦੀ ਸਭ ਤੋਂ ਅਮੀਰ ਜਗ੍ਹਾ ਲੈ ਕੇ ਗੁਰੂ ਘਰ ਦੀ ਸੇਵਾ ਕਰਨ ਦੀ ਜਿਹੜੀ ਸੇਵਾ ਆ ਉਹਨਾਂ ਦੇ ਹਿੱਸੇ ਕਦੀ ਨਾ ਆਉਂਦੀ ਜੇ ਅਮੀਰ ਗਰੀਬ ਦੀ ਹੀ ਗੱਲ ਹੁੰਦੀ। ਗੁਰੂ ਨਾਨਕ ਦੇ ਘਰ ਦੇ ਵਿੱਚ ਵੈਰ ਕਿਸੇ ਨਾਲ ਨਹੀਂ, ਨਫ਼ਰਤ ਕਿਸੇ ਨਾਲ ਨਹੀਂ, ਨਾ ਉੱਚੇ ਨਾਲ ਨਫ਼ਰਤ ਨਾ ਨੀਵੇਂ ਨਾਲ ਨਫ਼ਰਤ, ਨਾ ਉੱਚੇ ਨਾਲ ਪਿਆਰ ਨਾ ਨੀਵੇਂ ਨਾਲ ਪਿਆਰ। ਗੁਰੂ ਨਾਨਕ ਦੇ ਘਰ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਤੇ ਡੈਫੀਨੇਸ਼ਨਸ ਹੀ ਬਦਲੇ ਹੋਏ ਨੇ। ਇਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਆ। ਉਹੀ ਲੋਕ ਉੱਤਮ ਨੇ ਜਿਹੜੇ ਉਸ ਦਰਗਾਹ ਦੇ ਵਿੱਚ, ਜਿਹੜੇ ਉਸ ਦਰ ਦੇ ਉੱਤੇ ਜਾ ਕੇ ਉੱਤਮ ਨੇ, ਜਿਨ੍ਹਾਂ ਨੂੰ ਉਸ ਦਰ ਤੋਂ ਉੱਤਮ ਪ੍ਰਵਾਨ ਕੀਤਾ ਗਿਆ। ਉਹਨਾਂ ਤੋਂ ਬਿਨਾਂ ਹੋਰ ਕੋਈ ਉੱਤਮ ਨਹੀਂ। ਔਰ ਉਹ ਉੱਤਮ ਉਹ ਪ੍ਰਵਾਨ ਕਿੱਦਾਂ ਹੋਣਗੇ? ਉਹ ਗੁਰੂ ਦੇ ਗਿਆਨ ਦੇ ਨਾਲ ਪ੍ਰਵਾਨ ਹੋਣਗੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਦਾ ਗਿਆਨ ਉਤਾਰ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਮੈਂ ਕਿਰਨਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਅਸੀਂ ਜਿਹੜੇ ਪਿਛਲੇ ਕੁਝ ਐਪੀਸੋਡਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੇ ਜੀਵਨ ਕਾਲ ਦੇ ਵਿੱਚ ਹੋਈਆਂ ਘਟਨਾਵਾਂ ਉਹਨਾਂ ਨੂੰ ਆਪਾਂ ਮੁੱਖ ਰੱਖ ਕੇ ਉਹਨਾਂ ਦਾ ਹਵਾਲਾ ਲੈ ਕੇ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਜਿਸ ਤਰੀਕੇ ਨਾਲ ਉਹਨਾਂ ਨੇ ਸਿੱਖੀ ਨੂੰ ਨਿਯਮਬੱਧ ਕੀਤਾ, ਉਹਨਾਂ ਨਿਯਮਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਅੱਜ ਉਸ ਲੜੀ ਦਾ ਜਿਹੜਾ ਹੈ ਉਹ ਆਖਰੀ ਐਪੀਸੋਡ ਆ। ਇਸ ਤੋਂ ਬਾਅਦ ਜਿਹੜਾ ਆਪਾਂ ਐਪੀਸੋਡ ਕਰਾਂਗੇ ਉਹ ਗੁਰੂ ਅੰਗਦ ਦੇਵ ਮਹਾਰਾਜ ਨੂੰ ਦੀ ਜੀਵਨ ਕਾਲ ਦੇ ਉੱਤੇ ਕਰਾਂਗੇ। ਸੋ ਅੱਜ ਜਿਹੜਾ ਆਪਾਂ ਦੇਖਣਾ ਹੈ ਉਹ ਇਹ ਦੇਖਣਾ ਕਿ ਬੋਟਮ ਲਾਈਨ ਕੀ ਆ। ਅਗਰ ਅਸੀਂ ਇਹ ਦੇਖ ਲਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਵਿਵੇਕ ਦਾ ਹੁਕਮ ਵੀ ਦਿੱਤਾ, ਸਾਨੂੰ ਉਹਨਾਂ ਨੇ ਜੈਂਡਰ ਇਕੁਐਲਿਟੀ ਦਾ ਹੁਕਮ ਦਿੱਤਾ, ਤਕਰੀਬਨ ਉਹਨਾਂ ਨੇ ਹਰ ਤਰੀਕੇ ਦੀ ਇਕੁਐਲਿਟੀ ਦਾ ਹੁਕਮ ਦਿੱਤਾ। ਔਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜੱਤ ਸੱਤ ਸੰਤੋਖ ਇਹ ਵਾਲੇ ਨਿਯਮ ਵੀ ਦਿੱਤੇ। ਔਰ ਅਸੀਂ ਇਹਦੇ ਬਾਰੇ ਬਹੁਤ ਵਿਸਥਾਰ 'ਚ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਪਰ ਦੇਖਣਾ ਹੈ ਕਿ ਇਹਦੀ ਬੋਟਮ ਲਾਈਨ ਕੀ ਆ। ਗੁਰੂ ਨਾਨਕ ਪਾਤਸ਼ਾਹ ਜਿਸ ਇੱਕ ਧਾਗੇ ਦੇ ਵਿੱਚ ਪੂਰੀ ਸਿੱਖੀ ਨੂੰ ਪਰੋ ਦਿੰਦੇ ਆ, ਉਹ ਕਿਹੜਾ ਧਾਗਾ, ਉਹ ਕੀ ਧਾਗਾ ਆ। ਸਾਨੂੰ ਕਿਸ ਨੂੰ ਜਿਹੜਾ ਹੈ ਉਹ ਮੇਨ ਬੋਟਮ ਲਾਈਨ ਲੈ ਕੇ ਚੱਲਣਾ ਪਊਗਾ। ਤਾਂ ਪਿਛਲਾ ਜਿਹੜਾ ਐਪੀਸੋਡ ਆਪਾਂ ਖ਼ਤਮ ਕੀਤਾ ਸੀਗਾ ਉਹਦੇ ਵਿੱਚ ਅਸੀਂ ਕਰਮ ਦੀ ਕਿਰਤ ਦੀ ਗੱਲ ਕੀਤੀ ਸੀਗੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਕਿਰਤ ਦਾ ਹੁਕਮ ਦਿੱਤਾ, ਪਰ ਉਹ ਜਿਹੜੀ ਕਿਰਤ ਹੈ ਉਹ ਕਿਹੜੀ ਕਿਰਤ ਹੈ ਆਪਾਂ ਨੂੰ ਇਹ ਦੇਖਣਾ ਜ਼ਰੂਰੀ ਆ। ਕਿਹੜੀ ਕਿਰਤ ਬਾਰੇ ਉਹ ਗੱਲ ਕਰਦੇ ਆ? ਕਿਆ ਉਹ ਕਿਰਤ ਜਿਸ ਤਰੀਕੇ ਨਾਲ ਅਸੀਂ ਸਮਝਦੇ ਹਾਂ, ਕਿਆ ਉਹੀ ਕਿਰਤ ਦੀ ਗੱਲ ਕਰਦੇ ਆ? ਇਹਦੇ ਉੱਪਰ ਆਪਾਂ ਬੜੇ ਵਿਸਥਾਰ ਦੇ ਨਾਲ ਇੱਕ ਪਿਛਲਾ ਜਿਹੜਾ ਐਪੀਸੋਡ ਸੀ ਉਹ ਕੀਤਾ ਸੀ। ਹੁਣ ਜਿਹੜੀ ਕਿਰਤ ਦੀ ਗੱਲ ਗੁਰੂ ਨਾਨਕ ਮਹਾਰਾਜ ਦਾ ਘਰ ਕਰ ਰਿਹਾ ਹੈ ਨਾ, ਉਹ ਕਿਸੇ ਖਾਸ ਕਿੱਤੇ ਦੇ ਨਾਲ ਸੰਬੰਧਿਤ ਨਹੀਂ। ਇਹ ਨਹੀਂ ਹੈ ਕਿ ਕਿਸੇ ਖਾਸ ਕਿੱਤੇ ਦੇ ਲੋਕ ਜਿਹੜੇ ਨੇ ਉਹਨਾਂ ਦੀ ਕਿਰਤ ਪ੍ਰਵਾਨ ਹੈ ਅਤੇ ਕਿਸੇ ਖਾਸ ਕਿੱਤੇ ਦੇ ਲੋਕਾਂ ਦੀ ਕਿਰਤ ਪ੍ਰਵਾਨ ਨਹੀਂ ਹੈ। ਹਰ ਉਹ ਕਿਰਤ ਜਿਹਦਾ ਜਿਹੜਾ ਮੂਲ ਆਧਾਰ ਹੈ ਉਹ ਸੱਚ ਹੈ। ਔਰ ਸੱਚ ਕਿੱਥੋਂ ਆਉਣਾ? ਗੁਰੂ ਦੇ ਗਿਆਨ ਦੇ ਵਿੱਚੋਂ। ਜੇ ਹਰ ਉਸ ਕਿਰਤ ਦੇ ਵਿੱਚ ਜਿੱਥੇ ਗੁਰੂ ਦਾ ਗਿਆਨ ਨੂੰ ਆਧਾਰ ਬਣਾ ਕੇ ਸੱਚ ਦੇ ਆਧਾਰ ਦੇ ਉੱਤੇ ਉਹ ਕਿਰਤ ਖੜੀ ਕੀਤੀ ਗਈ ਹੋਵੇ ਤਾਂ ਉਹ ਗੁਰੂ ਦੇ ਘਰ ਦੇ ਵਿੱਚ ਪ੍ਰਵਾਨ ਹੁੰਦੀ ਹੈ। ਇਹ ਆਪਾਂ ਗੱਲ ਪਿਛਲੀ ਵਾਰੀ ਕੀਤੀ ਸੀਗੀ। ਇੱਥੇ ਇੱਕ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਜਦੋਂ ਆਪਾਂ ਕਿਰਤ ਦੀ ਗੱਲ ਕਰ ਰਹੇ ਹਾਂ ਤਾਂ ਕਿਰਤ ਜਿਹੜੀ ਗੁਰੂ ਨਾਨਕ ਦਾ ਘਰ ਜਿਸ ਕਿਰਤ ਦੀ ਗੱਲ ਕਰਦਾ ਉਹ ਡਿਵੀਜ਼ਨ ਪੈਦਾ ਨਹੀਂ ਕਰਦੀ। ਉਹ ਅਮੀਰ ਗਰੀਬ ਚੰਗਾ ਮਾੜਾ ਜਾਂ ਉੱਚਾ ਨੀਚਾ ਇਹੋ ਜਿਹੀਆਂ ਡਿਵੀਜ਼ਨਸ ਦੇ ਵਿੱਚੋਂ ਨਹੀਂ ਜਾਂਦੀ। ਉਹ ਸਿਰਫ ਇੱਕ ਗੱਲ ਕਰਦੀ ਹੈ ਕਿ ਕਿਰਤ ਉਹ ਪ੍ਰਵਾਨ ਹੈ ਜਿਹਦੇ ਵਿੱਚ ਸੱਚਾਈ ਆ। ਔਰ ਸੱਚਾਈ ਕਿੱਥੋਂ ਆਉਣੀ ਹੈ? ਗੁਰੂ ਦੇ ਗਿਆਨ ਦੇ ਵਿੱਚੋਂ। ਜੋ ਕਿਰਤ ਤੁਹਾਡੇ ਗੁਰੂ ਦਾ ਗਿਆਨ ਜਿਸ ਨੂੰ ਪ੍ਰਵਾਨ ਕਰ ਸਕਦਾ, ਆਪਾਂ ਆਪਣੇ ਕਿਰਤ ਨੂੰ ਮੁੱਖ ਰੱਖ ਕੇ ਇਹ ਸੋਚੀਏ ਕਿ ਮੇਰੀ ਉਹ ਕਿਰਤ ਕਰਨ ਦਾ ਤਰੀਕਾ ਵੀ ਜੋ ਹੈ, ਕਿਆ ਮੇਰੇ ਗੁਰੂ ਨਾਨਕ ਪਾਤਸ਼ਾਹ ਉਸ ਕਿਰਤ ਨੂੰ ਪ੍ਰਵਾਨ ਕਰਨਗੇ?
ਜੇ ਉਹ ਸਾਡੇ ਸਾਹਮਣੇ ਸਾਕਸ਼ਾਤ ਖੜੇ ਹੋਣ ਤਾਂ ਕਿਆ ਉਹ ਸਾਨੂੰ ਸ਼ਾਬਾਸ਼ ਦੇਣਗੇ ਕਿ ਤੇਰੀ ਇਹ ਕਿਰਤ ਪ੍ਰਵਾਨ ਹੈ। ਬਸ ਇੰਨੀ ਕੀ ਕਹਾਣੀ ਹੈ, ਉਹੀ ਕਿਰਤ ਪ੍ਰਵਾਨ ਹੋਣੀ ਹੈ। ਭਾਈ ਲਾਲੋ ਦੀ ਆਪਾਂ ਇਹ ਪਿਛਲੀ ਵਾਰੀ ਵੀ ਡਿਸਕਸ਼ਨ ਕੀਤੀ ਸੀਗੀ ਕਿ ਜਿਹੜੀ ਭਾਈ ਲਾਲੋ ਦੇ ਘਰ ਦੀ ਜਿਹੜੀ ਰੋਟੀ ਆ ਉਹ ਐਕਸੈਪਟ ਹੁੰਦੀ ਆ, ਗੁਰੂ ਨਾਨਕ ਉਸ ਰੋਟੀ ਨੂੰ ਐਕਸੈਪਟ ਕਰਦੇ ਨੇ। ਪਰ ਜਿਹੜੀ ਦੂਜੇ ਮਲਕ ਭਾਗੋ ਦੀ ਜਿਹੜੀ ਰੋਟੀ ਆ ਉਹ ਐਕਸੈਪਟ ਨਹੀਂ ਹੁੰਦੀ। ਉਹਦਾ ਕਾਰਨ ਇਹ ਨਹੀਂ ਆ ਕਿ ਉਹ ਅਮੀਰ ਦੀ ਰੋਟੀ ਸੀ ਇਸ ਕਰਕੇ ਗੁਰੂ ਨਾਨਕ ਨੇ ਮਨਾ ਕਰਤਾ, ਜੋ ਆਪਾਂ ਅਕਸਰ ਪ੍ਰਚਾਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਗਰੀਬ ਦੇ ਘਰ ਦੀ ਰੋਟੀ ਖਾਧੀ, ਅਮੀਰ ਦੀ ਰੋਟੀ ਨੂੰ ਲੱਤ ਮਾਰਤੀ। ਐਸੀ ਗੱਲ ਬਿਲਕੁਲ ਨਹੀਂ ਆ। ਗੁਰੂ ਨਾਨਕ ਨੇ ਸੱਚਾਈ ਦੀ ਰੋਟੀ ਨੂੰ, ਸੱਚਾਈ, ਇਮਾਨਦਾਰੀ ਦੀ, ਕਿਰਤ ਦੀ ਰੋਟੀ ਨੂੰ ਅਪਣਾਇਆ ਔਰ ਝੂਠ, ਬੇਈਮਾਨੀ ਦੀ ਜਿਹੜੀ ਰੋਟੀ ਆ ਉਹਨੂੰ ਨਕਾਰਿਆ। ਇਹਦੇ 'ਚ ਅਮੀਰ ਗਰੀਬ ਵਾਲਾ ਕੋਈ ਸਿਸਟਮ ਨਹੀਂ ਸੀ, ਪਰ ਆਪਾਂ ਇਸ ਨੂੰ ਇਸ ਡਿਵੀਜ਼ਨ ਦੇ ਵਿੱਚ ਵੰਡ ਲਿਆ ਆਪਣੇ ਆਪ ਹੀ। ਹੁਣ ਉਹਦਾ ਜਦੋਂ ਆਪਾਂ ਦੇਖਦੇ ਹਾਂ ਤਾਂ ਇਹਨੂੰ ਅਗਰ ਆਪਾਂ ਇਹਨੂੰ ਅਮੀਰ ਗਰੀਬ ਜਾਂ ਮਲਕ ਭਾਗੋ ਲੈ ਕੇ ਚੱਲਾਂਗੇ ਕਿ ਜਿਹੜਾ ਇੱਕ ਸਰਕਾਰੀ ਅਫਸਰ ਸੀ ਔਰ ਗੁਰੂ ਨਾਨਕ ਉਹ ਸਰਕਾਰੀ ਅਫਸਰ ਦੀ ਰੋਟੀ ਨੂੰ ਲੱਤ ਮਾਰਦੇ ਆ। ਇੱਕ ਜਿਹੜਾ ਤਰਖਾਣ ਹੈ ਭਾਈ ਲਾਲੋ, ਉਹਨਾਂ ਦੀ ਰੋਟੀ ਨੂੰ ਉਹ ਲੈ ਲੈਂਦੇ ਆ। ਤਾਂ ਉਹ ਸਾਨੂੰ ਇਹ ਸਮਝਣ ਨੂੰ ਉਹ ਸਾਨੂੰ ਮਜਬੂਰ ਕਰਦਾ ਹੈ ਕਿ ਜਿਹੜਾ ਤਰਖਾਣ ਹੈ ਉਹਦੀ ਕਿਰਤ ਨੂੰ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ, ਪਰ ਜਿਹੜਾ ਇੱਕ ਸਰਕਾਰੀ ਅਫਸਰ ਹੈ ਉਹਦੀ ਕਿਰਤ ਜਿਹੜੀ ਉਹਨਾਂ ਨੇ ਮਨਜ਼ੂਰ ਨਹੀਂ ਕੀਤੀ। ਜਦ ਕਿ ਗੱਲ ਇਹ ਨਹੀਂ, ਉਹ ਸਰਕਾਰੀ ਅਫਸਰਸ਼ਾਹੀ ਦੇ ਵਿੱਚ ਰਹਿ ਕੇ ਲੋਕਾਂ ਦਾ ਖੂਨ ਚੂਸ ਰਿਹਾ ਸੀ। ਜੋ ਉਸ ਦੀ ਕਿਰਤ ਦਾ ਮੂਲ ਆਧਾਰ ਸੀ ਉਹ ਝੂਠ ਸੀ, ਉਹ ਫਰੇਬ ਸੀ, ਉਹ ਲੋਕਾਂ ਦਾ ਹੱਕ ਖਾਣ ਦਾ ਆਧਾਰ ਸੀ ਔਰ ਉਸ ਆਧਾਰ ਨੂੰ ਗੁਰੂ ਨਾਨਕ ਨੇ ਨਕਾਰਿਆ। ਜੇ ਸਿਰਫ ਇਹੀ ਗੱਲ ਹੁੰਦੀ ਨਾ ਕਿ ਅਮੀਰ ਦੀ ਰੋਟੀ ਜਿਹੜੀ ਆ ਉਹ ਹਮੇਸ਼ਾ ਹੀ ਮਨਾ ਹੁੰਦੀ ਜਾਂ ਇਸ ਤਰੀਕੇ ਨਾਲ ਹੁੰਦਾ, ਤਾਂ ਦੀਵਾਨ ਟੋਡਰ ਮੱਲ ਦੇ ਹਿੱਸੇ ਕਦੀ ਵੀ ਗੁਰੂ ਘਰ ਦੀ ਏਡੀ ਵੱਡੀ ਜਿਹੜੀ ਸੇਵਾ ਉਹਦੇ ਹਿੱਸੇ ਨਾ ਆਉਂਦੀ। ਦੀਵਾਨ ਟੋਡਰ ਮੱਲ ਦੇ ਹਿੱਸੇ ਦੁਨੀਆ ਦੀ ਸਭ ਤੋਂ ਅਮੀਰ ਜਗ੍ਹਾ ਲੈ ਕੇ ਗੁਰੂ ਘਰ ਦੀ ਸੇਵਾ ਕਰਨ ਦੀ ਜਿਹੜੀ ਸੇਵਾ ਆ ਉਹਨਾਂ ਦੇ ਹਿੱਸੇ ਕਦੀ ਨਾ ਆਉਂਦੀ ਜੇ ਅਮੀਰ ਗਰੀਬ ਦੀ ਹੀ ਗੱਲ ਹੁੰਦੀ। ਮਲਕ ਭਾਗੋ ਦੀ ਰੋਟੀ ਗੁਰੂ ਨਾਨਕ ਨੂੰ ਪ੍ਰਵਾਨ ਹੋਊਗੀ, ਪਰ ਉਸ ਤੋਂ ਪਹਿਲਾਂ ਉਹਨੂੰ ਦੀਵਾਨ ਟੋਡਰ ਮੱਲ ਹੋਣਾ ਪਊਗਾ। ਬਸ ਇੰਨੀ ਕੁ ਕਹਾਣੀ ਹੈ ਜੋ ਆਪਾਂ ਨੂੰ ਸਮਝਣੀ ਹੈ। ਇਸੇ ਤਰੀਕੇ ਨਾਲ ਜੇ ਆਪਾਂ ਸਿਰਫ ਦੇਖੀਏ ਕਿ ਕੋਈ ਇੱਕ ਪਰਟੀਕੂਲਰ ਕਿੱਤਾ ਹੀ ਗੁਰੂ ਨਾਨਕ ਨੂੰ ਮਨਜ਼ੂਰ ਆ ਔਰ ਬਾਕੀ ਪਰਟੀਕੂਲਰ ਕਿੱਤੇ ਜਿਹੜੇ ਆ ਉਹਨਾਂ ਨੂੰ ਮਨਜ਼ੂਰ ਨਹੀਂ, ਤਾਂ ਇੱਥੇ ਫਿਰ ਸਾਨੂੰ ਦੇਖਣਾ ਪਊਗਾ ਕਿ ਮੱਖਣ ਸ਼ਾਹ ਲੁਬਾਣਾ ਵੀ ਟਰੇਡਰ ਹੈ ਔਰ ਉਹ ਮੱਖਣ ਸ਼ਾਹ ਲੁਬਾਣੇ ਦੇ ਹਿੱਸੇ ਕੀ ਆਇਆ? ਗੁਰੂ ਲਾਧੋਰੇ ਕਹਿਣਾ। ਹੁਣ ਇਹ ਗੱਲਾਂ ਦੇਖਣੀਆਂ ਪੈਣਗੀਆਂ। ਇੱਥੇ ਸਮਝਣਾ ਪਊਗਾ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਵੈਰ ਕਿਸੇ ਨਾਲ ਨਹੀਂ, ਨਫ਼ਰਤ ਕਿਸੇ ਨਾਲ ਨਹੀਂ, ਨਾ ਉੱਚੇ ਨਾਲ ਨਫ਼ਰਤ, ਨਾ ਨੀਵੇਂ ਨਾਲ ਨਫ਼ਰਤ, ਨਾ ਉੱਚੇ ਨਾਲ ਪਿਆਰ, ਨਾ ਨੀਵੇਂ ਨਾਲ ਪਿਆਰ। ਗੁਰੂ ਨਾਨਕ ਦੇ ਘਰ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੇ ਡੈਫੀਨੇਸ਼ਨਸ ਹੀ ਬਦਲੇ ਹੋਏ ਨੇ। ਇਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਆ ਕਿ ਉਹ ਡੈਫੀਨੇਸ਼ਨਸ ਨੂੰ ਕਿੱਦਾਂ ਬਦਲ ਦਿੰਦੇ ਆ। ਕਹਿਣ ਦਾ ਮਤਲਬ ਸਿਰਫ ਇੰਨਾ ਕੁ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਬਾਈਨਰੀ ਪ੍ਰਵਾਨ ਨਹੀਂ। ਬਾਈਨਰੀ ਦਾ ਮਤਲਬ ਦੋ ਹਿੱਸਿਆਂ ਦੇ ਵਿੱਚ ਜਿਹੜੀਆਂ ਕੈਟਾਗਰੀਜ਼ ਵੰਡੀਆਂ ਹੁੰਦੀਆਂ, ਉਹ ਕਿਸੇ ਤਰ੍ਹਾਂ ਦੀ ਵੀ ਕੈਟਾਗਰੀ ਪ੍ਰਵਾਨ ਨਹੀਂ। ਆਪਾਂ ਵਰਲਡ ਹਿਸਟਰੀ ਉੱਤੇ ਨਜ਼ਰ ਮਾਰੀਏ ਨਾ, ਤਾਂ ਜਦੋਂ ਕਲੋਨੀਅਲ ਪੀਰੀਅਡ ਆਉਂਦਾ ਹੈ ਤਾਂ ਕਲੋਨੀਅਲ ਪੀਰੀਅਡ ਨੇ ਰਾਜ ਹੀ ਕਿੱਦਾਂ ਕੀਤਾ ਕਿ ਉਹਨਾਂ ਨੇ ਇੱਕ ਪਾਸੇ ਉਹਨਾਂ ਨੇ ਵੈਸਟ ਬਣਾ ਲਿਆ ਔਰ ਬਾਕੀ ਸਾਰੀ ਦੁਨੀਆ ਉਹਨਾਂ ਨੇ ਰੈਸਟ ਦੇ ਹਿਸਾਬ ਦੇ ਨਾਲ ਦੱਸਦੇ ਗਏ ਕਿ ਉਹ ਅਲੱਗ ਨੇ। ਦੋ ਬਾਈਨਰੀਜ਼ ਕ੍ਰੀਏਟ ਹੋ ਗਈਆਂ, ਹੈ ਨਾ, ਜਿਹਦੇ ਵਿੱਚ ਇੱਕ ਸਿਵਲਾਈਜ਼ਡ ਲੋਕ ਹੈ, ਦੂਜੇ ਅਨਸਿਵਲਾਈਜ਼ਡ ਹੈ, ਵੈਸਟ ਅਤੇ ਰੈਸਟ, ਹੈ ਨਾ। ਸੋ ਗੁਰੂ ਨਾਨਕ ਦਾ ਘਰ ਜਿਹੜਾ ਹਰ ਤਰ੍ਹਾਂ ਦੀ ਬਾਈਨਰੀ ਨੂੰ ਡਿਸਮੈਂਟਲ ਕਰਦਾ। ਉਹ ਔਰਤ ਮਰਦ ਦੀ ਬਾਈਨਰੀ ਕੋਈ ਡਿਸਮੈਂਟਲ ਹੋ ਜਾਂਦੀ ਆ, ਅਮੀਰ ਗਰੀਬ ਦੀ ਬਾਈਨਰੀ ਡਿਸਮੈਂਟਲ ਹੋ ਜਾਂਦੀ ਆ, ਕਿੱਤਿਆਂ ਦੇ ਬੇਸ ਦੇ ਉੱਪਰ ਬਾਈਨਰੀਜ਼, ਇਹ ਹੱਥੀਂ ਕਿਰਤ ਕਰਨ ਵਾਲੇ ਨੇ, ਹੱਥੀਂ ਨਾ ਕਿਰਤ ਕਰਨ ਵਾਲੇ ਨੇ, ਇਹ ਬਾਈਨਰੀਜ਼ ਡਿਸਮੈਂਟਲ ਕਰ ਦਿੰਦੇ ਨੇ। ਸੋ ਅਗਰ ਆਪਾਂ ਗੁਰੂ ਨਾਨਕ ਦੇ ਘਰ ਦੇ ਫਲਸਫੇ ਨੂੰ ਦੇਖਣਾ ਹੈ ਨਾ, ਤਾਂ ਸਭ ਤੋਂ ਪਹਿਲਾਂ ਸਾਨੂੰ ਅਸੀਂ ਜੋ ਸਾਡਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੈ, ਔਰ ਉਹ ਨਜ਼ਰੀਆ ਕੀ ਹੈ ਕਿ ਆਪਾਂ ਸਾਰੀ ਦੁਨੀਆ ਨੂੰ ਬਾਈਨਰੀਜ਼ ਦੇ ਵਿੱਚ ਦੇਖਦੇ ਹਾਂ, ਕੈਟਾਗਰੀਜ਼ ਦੇ ਵਿੱਚ ਦੇਖਦੇ ਹਾਂ। ਯੈਸ, ਨੋ, ਚੰਗਾ, ਬੁਰਾ, ਵੱਡਾ, ਛੋਟਾ, ਅਮੀਰ, ਗਰੀਬ, ਦਲਿਤ, ਅੱਗੇ ਪਤਾ ਨਹੀਂ ਉਹ ਸ਼ਾਇਦ ਉੱਚ ਜਾਤੀ ਜਿਹਨੂੰ ਕਹਿ ਦਿੰਦੇ ਨੇ, ਇਹਨਾਂ ਕੈਟਾਗਰੀਜ਼ ਦੇ ਵਿੱਚ ਦੇਖਦੇ ਹਾਂ। ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਕੈਟਾਗਰੀ ਪ੍ਰਵਾਨ ਹੈ ਨਹੀਂ। ਔਰ ਜਦ ਤੱਕ ਅਸੀਂ ਆਪਣੇ ਦਿਮਾਗ ਦੇ ਵਿੱਚੋਂ ਇਹ ਕੈਟਾਗਰੀਜ਼ ਨਹੀਂ ਕੱਢਦੇ ਕਿ ਇਹ ਕੈਟਾਗਰੀਜ਼ ਹੈਗੀਆਂ, ਤਦ ਤੱਕ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਪੂਰੀ ਤਰ੍ਹਾਂ ਨਾਲ ਫੜ ਨਹੀਂ ਸਕਦੇ। ਹੁਣ ਜੇ ਆਪਾਂ ਧਿਆਨ ਨਾਲ ਗੌਰ ਕਰੀਏ ਨਾ, ਤਾਂ ਮੇਰੇ ਨਾਲ ਹੀ ਇਹਦੇ ਚੱਲਿਓ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਨਾ ਤਾਂ ਔਰਤ ਵੱਡੀ ਹੈ, ਨਾ ਮਰਦ ਵੱਡਾ, ਨਾ ਗਰੀਬ ਵੱਡਾ, ਨਾ ਅਮੀਰ ਵੱਡਾ, ਨਾ ਇਹਨਾਂ ਦੇ ਵਿੱਚੋਂ ਕੋਈ ਛੋਟਾ। ਫਿਰ ਵੱਡਾ ਕੌਣ ਹੈ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਉੱਤਮ ਸੇ
ਦਰ ਉੱਤਮ ਕਹੀਏ ਨੀਚ ਕਰਮ ਬੈ ਰੋਏ। ਉੱਤਮ ਸੇ ਉਹੀ ਲੋਕ ਉੱਤਮ ਨੇ ਜਿਹੜੇ ਉਸ ਦਰਗਾਹ ਦੇ ਵਿੱਚ, ਜਿਹੜੇ ਉਸ ਦਰ ਦੇ ਉੱਤੇ ਜਾ ਕੇ ਉੱਤਮ ਨੇ, ਜਿਨ੍ਹਾਂ ਨੂੰ ਉਸ ਦਰ ਤੋਂ ਉੱਤਮ ਪ੍ਰਵਾਨ ਕੀਤਾ ਗਿਆ। ਉਹਨਾਂ ਤੋਂ ਬਿਨਾਂ ਹੋਰ ਕੋਈ ਉੱਤਮ ਨਹੀਂ। ਔਰ ਉਹ ਉੱਤਮ ਉਹ ਪ੍ਰਵਾਨ ਕਿੱਦਾਂ ਹੋਣਗੇ? ਉਹ ਗੁਰੂ ਦੇ ਗਿਆਨ ਦੇ ਨਾਲ ਪ੍ਰਵਾਨ ਹੋਣਗੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਦਾ ਗਿਆਨ ਉਤਾਰ ਲਿਆ, ਆਪਣੇ ਕਰਮ ਦੇ ਵਿੱਚ, ਆਪਣੀਆਂ ਕਿਰਤ ਦੇ ਵਿੱਚ, ਹਰ ਇੱਕ ਤਰੀਕੇ ਨਾਲ ਗੁਰੂ ਦੇ ਗਿਆਨ ਨੂੰ ਉਤਾਰ ਕੇ ਉਹਨਾਂ ਨੇ ਆਪਣੇ ਜੀਵਨ ਨੂੰ ਉਸ ਮੁਤਾਬਕ ਢਾਲ ਲਿਆ। ਸਿਰਫ ਉਹ ਹੀ ਉੱਤਮ ਹੋਣਗੇ, ਕਿਉਂਕਿ ਉਸ ਦਰਗਾਹ ਦੇ ਉੱਤੇ ਉਹ ਉੱਤਮ ਹੋਣਗੇ। ਸੋ ਉੱਤਮ ਕੌਣ ਨੇ? ਸਿਰਫ ਉਹ ਜਿਹੜੇ ਉਸ ਦਰਗਾਹ ਦੇ ਉੱਤੇ ਉੱਤਮ, ਬਾਕੀ ਸਭ ਨੀਚ ਨੇ। ਹੁਣ ਇੱਥੇ ਇੱਕ ਗੱਲ ਸਮਝਣੀ ਪਊਗੀ ਸਾਨੂੰ। ਆਪਾਂ ਧਿਆਨ ਨਾਲ ਜੇ ਗੌਰ ਕਰੀਏ ਤਾਂ ਸਾਨੂੰ ਸਮਝ ਆਊਗੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਅੱਖਰ ਸਮਾਜਿਕ ਬਣਤਰ ਵਾਲੇ ਹੀ ਲਏ ਔਰ ਉਹਨਾਂ ਦੇ ਮਤਲਬ ਵੀ ਉਹੀ ਰਹਿਣ ਦਿੱਤੇ, ਪਰ ਉਹਨਾਂ ਦੀ ਜਿਹੜੀਆਂ ਪਰਟੀਕੂਲਰ ਡੈਫੀਨੇਸ਼ਨਸ ਨੇ, ਜਿਹੜੀਆਂ ਉਹਨਾਂ ਨੂੰ ਕੈਟਾਗਰੀਜ਼ ਵਿੱਚ ਬਾਈਂਡ ਕਰਦੀਆਂ ਸੀ, ਉਹਨਾਂ ਨੂੰ ਘੁਮਾ ਦਿੱਤਾ। ਕਿਵੇਂ? ਇਹ ਗੱਲ ਸ਼ਾਇਦ ਮੈਂ ਪਹਿਲਾਂ ਵੀ ਕਦੀ ਕੀਤੀ ਹੈ ਕਿ ਜਿਹੜੇ ਅੱਖਰ ਹੁੰਦੇ ਨੇ ਉਹਨਾਂ ਦੇ ਆਪਣਾ ਕੋਈ ਮਤਲਬ ਨਹੀਂ ਹੁੰਦਾ, ਉਹਨਾਂ ਨੂੰ ਮਤਲਬ ਦਿੱਤਾ ਜਾਂਦਾ। ਹੁਣ ਸਾਡੇ ਦਿਮਾਗ ਦੇ ਵਿੱਚ ਸ਼ੁਰੂ ਤੋਂ ਇੱਕ ਗੱਲ ਪਾ ਦਿੱਤੀ ਗਈ ਹੈ ਕਿ, ਜਾਂ ਉਹ ਸਾਡੀ ਭਾਸ਼ਾ ਦੇ ਥਰੂ ਸਾਨੂੰ ਪਤਾ ਲੱਗਾ ਕਿ ਜਿਹੜਾ ਟੇਬਲ ਹੈ, ਜਦੋਂ ਕਿਸੇ ਨੇ ਮੇਜ਼ ਕਹਿਣਾ ਹੈ ਜਾਂ ਟੇਬਲ ਕਹਿਣਾ ਤਾਂ ਉਹਦਾ ਮਤਲਬ ਕੀ ਆ। ਇੱਕ ਐਸੀ ਚੀਜ਼ ਜਿਹੜੀ ਟੇਬਲ ਵਰਗੀ ਸਾਨੂੰ ਦੱਸ ਦਿੱਤੀ ਕਿ ਇਹ ਟੇਬਲ ਹੈ। ਹੁਣ ਹਰ ਇੱਕ ਭਾਸ਼ਾ ਦਾ ਅਲੱਗ-ਅਲੱਗ ਮਤਲਬ ਹੈ। ਅਲੱਗ-ਅਲੱਗ ਭਾਸ਼ਾ ਦੇ ਵਿੱਚ ਟੇਬਲ ਨੂੰ ਅਲੱਗ-ਅਲੱਗ ਤਰੀਕੇ ਨਾਲ ਕਿਹਾ ਜਾਂਦਾ, ਪਰ ਹਰ ਇੱਕ ਬੰਦਾ, ਇੱਕ ਕੋਈ ਚੀਨੀ ਆ, ਇੱਕ ਕੋਈ ਇੰਡੀਅਨ ਆ, ਇੱਕ ਕੋਈ ਕੋਰੀਅਨ ਆ, ਹਰ ਕਿਸੇ ਦੀ ਆਪਣੀ ਆਪਣੀ ਭਾਸ਼ਾ। ਉਹ ਤਿੰਨਾਂ ਭਾਸ਼ਾ ਦੇ ਵਿੱਚ ਟੇਬਲ ਕਹਿਣਗੇ ਔਰ ਜਾਣਗੇ, ਇੱਕੋ ਹੀ ਚੀਜ਼ ਨੂੰ ਹੱਥ ਲਾਉਣਗੇ, ਪਰ ਅੱਖਰ ਵੱਖਰੇ ਵੱਖਰੇ ਹੋਣਗੇ। ਸੋ ਇਹਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਟੇਬਲ ਦਾ ਆਪਣੇ ਆਪ ਦੇ ਵਿੱਚ ਕੋਈ ਮਤਲਬ ਹੈ ਨਹੀਂ, ਪਰ ਉਸ ਮਤਲਬ ਨੂੰ ਸਾਡੇ ਸਮਾਜ ਨੇ ਸਾਨੂੰ ਦਿੱਤਾ ਕਿ ਇਸ ਚੀਜ਼ ਨੂੰ ਤੁਸੀਂ ਟੇਬਲ ਕਹਿਣਾ, ਇਸ ਚੀਜ਼ ਨੂੰ ਤੁਸੀਂ ਰੁੱਖ ਕਹਿਣਾ, ਇਸ ਚੀਜ਼ ਨੂੰ ਤੁਸੀਂ ਮਾਈਕ ਕਹਿਣਾ, ਇਸ ਚੀਜ਼ ਨੂੰ ਤੁਸੀਂ ਕਾਗਜ਼ ਕਹਿਣਾ। ਇਹ ਸਾਡੇ ਸਮਾਜ ਨੇ ਸਾਨੂੰ ਦਿੱਤੇ ਆ। ਇਸੇ ਤਰੀਕੇ ਨਾਲ ਜਦੋਂ ਅਸੀਂ ਆਦਮੀ ਕਹਿੰਦੇ ਹਾਂ, ਜਾਂ ਅਸੀਂ ਔਰਤ ਕਹਿੰਦੇ ਹਾਂ, ਜਾਂ ਅਸੀਂ ਦਲਿਤ ਕਹਿੰਦੇ ਹਾਂ, ਜਾਂ ਅਸੀਂ ਜੱਟ ਕਹਿੰਦੇ ਹਾਂ, ਜਾਂ ਅਸੀਂ ਕਿਸੇ ਤਰ੍ਹਾਂ ਦੇ ਵੀ ਜਿਹੜੇ ਅੱਖਰ ਬੋਲਦੇ ਹਾਂ, ਉਹਨਾਂ ਦੇ ਮਤਲਬ ਸਾਨੂੰ ਸਾਡੇ ਸਮਾਜ ਨੇ ਦਿੱਤੇ ਨੇ। ਅੱਜ ਅਗਰ ਕੋਈ ਵੀ ਅੱਜ ਹੀ ਪ੍ਰੋਬਲਮ ਚੱਲ ਰਹੀ ਆ ਨਾ ਕਿ ਆਦਮੀ ਕੌਣ ਅਤੇ ਔਰਤ ਕੌਣ, ਇਹਨਾਂ ਚੀਜ਼ਾਂ ਦੇ ਉੱਤੇ ਕਨਫਿਊਜ਼ਨ ਚੱਲ ਰਹੀ ਆ, ਕਿਉਂਕਿ ਬਹੁਤ ਸਾਰੇ ਲੋਕ ਨੇ ਜੋ ਆਪਣੇ ਆਪ ਨੂੰ, ਜੋ ਆਦਮੀ ਹੁੰਦੇ ਹੋਏ ਵੀ ਆਪਣੇ ਆਪ ਨੂੰ ਔਰਤ ਸਮਝਦੇ ਨੇ, ਜਿਨ੍ਹਾਂ ਨੂੰ ਆਪਾਂ ਟਰਾਂਸਜੈਂਡਰਸ ਬੋਲ ਦਿੰਦੇ ਹਾਂ। ਕੁਛ ਔਰਤਾਂ ਹੋ ਕੇ ਆਦਮੀ ਸਮਝਦੇ ਨੇ, ਤਾਂ ਕਿਆ ਆਪਾਂ ਉਹਨਾਂ ਨੂੰ ਇਸ ਕੈਟਾਗਰੀ 'ਚ ਨਾ ਪਾਈਏ? ਫਿਰ ਉਹਨਾਂ ਦਾ ਕੋਈ ਹੱਕ ਨਹੀਂ ਰਹਿ ਜਾਂਦਾ ਦੁਨੀਆ ਦੇ ਵਿੱਚ? ਐਸੀ ਗੱਲ ਨਹੀਂ ਆ। ਗੁਰੂ ਨਾਨਕ ਦਾ ਘਰ ਹਰ ਤਰੀਕੇ ਦੀ ਬਾਈਨਰੀ ਨੂੰ ਡਿਸਮੈਂਟਲ ਕਰਦਾ। ਕਿਵੇਂ ਕਰਦਾ? ਇਹ ਸਮਝਣਾ ਜ਼ਰੂਰੀ ਹੈ। ਅੱਖਰ ਉਹਨਾਂ ਨੇ ਉਹੀ ਚੁੱਕੇ ਜੋ ਸਮਾਜ ਨੇ ਦਿੱਤੇ, ਔਰ ਸਮਾਜਿਕ ਬਣਤਰ ਦੇ ਵਿੱਚ ਜਿਸ ਤਰੀਕੇ ਦਾ ਉਹਨਾਂ ਦਾ ਮਤਲਬ ਸੀ, ਉਹ ਵੀ ਉਹੀ ਰਹਿਣ ਦਿੱਤਾ। ਇਸ ਚੀਜ਼ ਨੂੰ, ਇਸ ਨੁਕਤੇ ਨੂੰ ਸਮਝ ਲੈਣਾ ਜੇ। ਔਰਤ ਦਾ ਮਤਲਬ ਅਗਰ ਕਮਜ਼ੋਰ ਹੈ, ਜਾਂ ਔਰਤ ਦਾ ਮਤਲਬ ਅਗਰ ਸਮਾਜ ਨੇ ਦਿੱਤਾ ਕਿ ਉਹ ਆਦਮੀ ਤੋਂ ਹਮੇਸ਼ਾ ਥੱਲੇ ਹੀ ਰਹੂਗੀ, ਜਾਂ ਆਦਮੀ ਉਹਦਾ ਸਵਾਮੀ ਹੀ ਰਹੂਗਾ, ਤਾਂ ਗੁਰੂ ਨਾਨਕ ਪਾਤਸ਼ਾਹ ਅੱਖਰ ਉਹੀ ਰਹਿਣ ਦਿੰਦੇ ਨੇ। ਇਸਤਰੀ ਅਤੇ ਉਧਰ ਮਰਦ ਇੰਝ ਹੀ ਰਹਿਣ ਦਿੰਦੇ ਨੇ, ਪਰ ਇਹਨਾਂ ਦੇ ਮਤਲਬ ਬਦਲ ਦਿੰਦੇ ਨੇ। ਉਹ ਕਹਿੰਦੇ ਨੇ ਕਿ ਜੇ ਕੋਈ ਐਸੀ ਕੈਟਾਗਰੀ ਐਗਜ਼ਿਸਟ ਕਰਦੀ ਹੈ ਕਿ ਆਦਮੀ ਜਿਹੜਾ ਹੈ ਉਹ ਔਰਤ ਦਾ ਸਵਾਮੀ ਹੈ, ਤਾਂ ਸਾਰੀ ਦੁਨੀਆ ਦੀਆਂ ਜੋ ਲੋਕ ਨੇ, ਚਾਹੇ ਉਹ ਆਦਮੀ ਨੇ, ਚਾਹੇ ਉਹ ਔਰਤ ਨੇ, ਚਾਹੇ ਕੋਈ ਵੀ ਹੈ, ਉਹ ਸਾਰੇ ਇਸਤਰੀਆਂ ਨੇ। ਔਰ ਫਿਰ ਇੱਕੋ ਹੀ ਸਵਾਮੀ ਹੈ, ਉਹ ਹੈ ਪਰਮਾਤਮਾ। ਫਿਰ ਇੱਕੋ ਹੀ ਮਰਦ ਹੈ, ਉਹ ਹੈ ਆਪ ਪਰਮਾਤਮਾ। ਇਸੇ ਤਰੀਕੇ ਨਾਲ ਹੀ ਉਹ ਗਰੀਬ ਅਤੇ ਅਮੀਰ ਦੀ ਗੱਲ ਵੀ ਇੱਦਾਂ ਹੀ ਕਰ ਦਿੰਦੇ ਨੇ। ਗਰੀਬ ਅਤੇ ਅਮੀਰ ਨੂੰ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਰਿਚ ਕੌਣ ਹੈ, ਪੂਅਰ ਕੌਣ ਹੈ ਨਾ। ਹੁਣ ਉਹ ਕਹਿੰਦੇ ਨੇ ਕਿ ਜੇ ਰਿਚ ਜਿਹੜਾ ਹੁੰਦਾ, ਜੋ ਅਮੀਰ ਹੈ, ਹਮੇਸ਼ਾ ਉਹੀ ਬੰਦਾ ਹੋਣਾ ਜਿਹਦੇ ਕੋਲ ਬਹੁਤ ਸਾਰਾ ਧਨ ਦੌਲਤ ਆ, ਔਰ ਉਹ ਲੋਕਾਂ ਨੂੰ ਦੇ ਸਕਦਾ, ਜਾਂ ਉਹ ਲੋਕਾਂ ਦੀ ਪਾਲਣਾ ਕਰ ਸਕਦਾ। ਅਤੇ ਗਰੀਬ ਉਹ ਆ ਜਿਹੜਾ ਹਮੇਸ਼ਾ ਮੰਗਣ ਵਾਲਾ ਆ, ਹਮੇਸ਼ਾ ਮੰਗੂਗਾ। ਅਗਰ ਇਹੀ ਸਮਾਜਿਕ ਬਣਤਰ ਹੈ ਨਾ, ਤਾਂ ਦੁਨੀਆ ਦੇ ਵਿੱਚ ਸਿਰਫ ਇੱਕੋ ਹੀ ਅਮੀਰ ਹੈ, ਉਹ ਹੈ ਉਹ ਪਰਮਾਤਮਾ। ਬਾਕੀ ਸਭ ਗਰੀਬ ਨੇ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਜਦੋਂ ਆਪਾਂ ਦੇਖੀਏ ਤਾਂ ਉਹ ਸਮਝ ਆਉਂਦੀ ਆ। ਉਹ ਕਹਿੰਦੇ ਨੇ, ਹਮ ਗਰੀਬ ਮਸਕੀਨ ਪ੍ਰਭ ਤੇਰੇ। ਹੁਣ ਹਮ ਗਰੀਬ ਮਸਕੀਨ ਪ੍ਰਭ ਤੇਰੇ, ਗਰੀਬ ਕੌਣ ਹੋ ਗਏ? ਅਸੀਂ ਸਾਰੇ। ਸੋ ਸਾਡੇ ਵਿੱਚੋਂ ਕਿਸੇ ਨੂੰ ਵੀ ਉਹ ਅਮੀਰ ਨਹੀਂ ਕਹਿੰਦੇ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਜਿਹੜੀ ਇਹ ਕੈਟਾਗਰੀ ਹੈ ਕਿ ਉਹ ਗਰੀਬ ਆ, ਉਹ ਅਮੀਰ ਆ, ਉਹ ਇਨਸਾਨਾਂ ਵਾਸਤੇ ਐਗਜ਼ਿਸਟ ਨਹੀਂ ਕਰਦੀ। ਉਹ ਕਹਿੰਦੇ ਕਿ ਸਿਰਫ ਇੱਕੋ ਹੀ ਅਮੀਰ ਆ, ਉਹ ਉੱਪਰ ਹੈ, ਉਸ ਪਰਮਾਤਮਾ ਦਾ ਜ਼ਿਕਰ ਹੈ। ਬਾਕੀ ਅਸੀਂ ਸਾਰੇ ਹੀ ਗਰੀਬ ਹਾਂ। ਹਮ ਗਰੀਬ ਮਸਕੀਨ ਪ੍ਰਭ ਤੇਰੇ। ਅਗਲੀ ਗੱਲ ਬੋਲਦੇ ਨੇ, ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਹੁਣ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਗਰੀਬ ਹਾਂ। ਹੁਣ
ਉਹ ਸਿਰਫ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਆਪ ਨੂੰ ਕਹਿਣ ਦੀ ਲੋੜ ਨਹੀਂ, ਸਾਡੇ ਵਾਸਤੇ ਹੈ। ਜਦੋਂ ਮੈਂ ਇਹ ਬੋਲਦੀ ਤਾਂ ਮੇਰੇ ਵਾਸਤੇ ਹੈ। ਤਾਂ ਅਸੀਂ ਕਿਤੇ ਵੀ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਵੀ ਗਰੀਬ ਨਹੀਂ, ਕੋਈ ਵੀ ਅਮੀਰ, ਕੋਈ ਵੀ ਗਰੀਬ, ਜਿਸ ਤਰੀਕੇ ਨਾਲ ਸਮਾਜ ਸਾਨੂੰ ਬਣਾਉਂਦਾ ਆ ਉਹ ਨਹੀਂ। ਸਿਰਫ ਇੱਕ ਅਮੀਰ ਹੈ, ਉਹ ਪਰਮਾਤਮਾ, ਔਰ ਅਸੀਂ ਸਾਰੇ ਹੀ ਉਹਦੇ ਮੰਗਤੇ, ਸਾਰੇ ਹੀ ਉਹਦੇ ਗਰੀਬ ਆ। ਹੁਣ ਇਸ ਤਰੀਕੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਬਾਈਨਰੀਜ਼ ਜਦੋਂ ਜੋ ਸਮਾਜ ਨੇ ਸਾਨੂੰ ਦਿੱਤੀਆਂ, ਜੋ ਸੋਸ਼ਲ ਕੰਸਟਰਕਸ਼ਨਸ ਹੋਈਆਂ, ਉਹ ਅੱਖਰ ਉਹੀ ਰੱਖ ਕੇ, ਪਰ ਉਹਨਾਂ ਦੇ ਜਿਹੜੇ ਮਤਲਬ ਹੈ ਪਾਤਸ਼ਾਹ ਉਹਨਾਂ ਨੂੰ ਓਵਰਟਰਨ ਕਰ ਦਿੰਦੇ ਨੇ, ਉਹਨਾਂ ਦੇ ਮਤਲਬ ਹੀ ਘੁਮਾ ਦਿੰਦੇ ਨੇ ਕਿ ਜੇਕਰ ਕੋਈ ਕੈਟਾਗਰੀ ਐਗਜ਼ਿਸਟ ਕਰਦੀ ਹੈ ਤਾਂ ਸਿਰਫ ਇੱਕ ਕੈਟਾਗਰੀ ਆ, ਉਹ ਕਿਹੜੀ ਹੈ? ਆਤਮਾ ਅਤੇ ਪਰਮਾਤਮਾ ਦੀ ਕੈਟਾਗਰੀ। ਪਰ ਗੁਰੂ ਨਾਨਕ ਦਾ ਘਰ ਇੰਨਾ ਦਿਆਲ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਉਸ ਆਤਮਾ ਅਤੇ ਪਰਮਾਤਮਾ ਦੀ ਕੈਟਾਗਰੀ ਨੂੰ ਵੀ ਡਿਸਮੈਂਟਲ ਕੀਤਾ ਜਾ ਸਕਦਾ। ਉਹ ਕਿੱਦਾਂ? ਉਹ ਆਪਾਂ ਬੜੀ ਵਾਰੀ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਸਤਿਗੁਰ ਕੀ ਬਾਣੀ ਸੱਚ ਸਰੂਪ ਹੈ, ਗੁਰਬਾਣੀ ਬਣੀਏ। ਜਦੋਂ ਗੁਰਬਾਣੀ ਬਣਨ ਵੱਲ ਆਪਾਂ ਤੁਰ ਪਏ ਤਾਂ ਫਿਰ ਉਹ ਜਿਹੜੀ ਆਤਮਾ ਦੀ, ਪਰਮਾਤਮਾ ਦੀ ਨਿਰੰਤਰਤਾ ਵੀ ਸਥਾਪਿਤ ਹੋ ਜਾਣੀ ਆ। ਔਰ ਅਗਰ ਆਪਾਂ ਪੂਰੇ ਸਿੱਖ ਇਤਿਹਾਸ ਨੂੰ ਦੇਖੀਏ ਤਾਂ ਪਹਿਲੇ ਜਿਹੜੇ ਜਿਸ ਤਰੀਕੇ ਦਾ ਰॉ ਮਟੀਰੀਅਲ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਾ ਹੈ, ਜੋ ਦੱਬੇ ਕੁਚਲੇ ਲੋਕ ਜਿਨ੍ਹਾਂ ਉੱਤੇ ਹਰ ਤਰ੍ਹਾਂ ਦਾ ਅਤਿਆਚਾਰ ਹੋ ਰਿਹਾ ਸੀ, ਜੋ ਧਾਰਮਿਕ ਕਰਪਸ਼ਨ ਦੇ ਵੀ ਸ਼ਿਕਾਰ ਹੋਏ ਸੀ, ਉਹਨਾਂ ਲੋਕਾਂ ਨੂੰ ਹੀ, ਉਹਨਾਂ ਦੀ ਹੀ ਉਂਗਲ ਫੜ ਕੇ ਉਹ ਉਹਨਾਂ ਨੂੰ ਇਸ ਲੈਵਲ 'ਤੇ ਲੈ ਜਾਂਦੇ ਨੇ ਕਿ ਉਹ ਆਤਮਾ ਅਤੇ ਪਰਮਾਤਮਾ ਦੀ ਨਿਰੰਤਰਤਾ ਦੀ ਗੱਲ ਕਰਦੇ ਨੇ। ਭਾਈ ਤਾਰੂ ਸਿੰਘ ਦੀ ਜਦੋਂ ਖੋਪੜੀ ਲੱਥਦੀ ਹੈ ਤਾਂ ਉਹ ਕੋਈ ਮਾਮੂਲੀ ਖੇਡ ਨਹੀਂ, ਉਹ ਕੋਈ ਇੰਝ ਹੀ ਕੋਈ ਵੀ ਨਹੀਂ ਕਰ ਸਕਦਾ। ਉਹ ਕਿਸੇ ਦੀ ਵੀ ਮੇਰੀ ਖੋਪੜੀ ਲੱਥੇ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਮੇਰੇ ਮੂੰਹ 'ਚੋਂ ਚੀਕ ਨਾ ਨਿਕਲੇ, ਕਿਉਂਕਿ ਉੱਥੇ ਆਤਮਾ ਅਤੇ ਪਰਮਾਤਮਾ ਦੀ ਨਿਰੰਤਰਤਾ ਸਥਾਪਿਤ ਹੋ ਚੁੱਕੀ। ਬੰਦ ਕੱਟੇ ਜਾ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਇੱਥੋਂ ਨਹੀਂ, ਇੱਥੋਂ ਬੰਦ ਆ ਹੁੰਦਾ, ਇੱਥੋਂ ਕੱਟ। ਇਹ ਕਿਵੇਂ ਹੋ ਗਿਆ? ਇਹ ਆਤਮਾ ਅਤੇ ਪਰਮਾਤਮਾ ਦੀ ਨਿਰੰਤਰਤਾ ਸਥਾਪਿਤ ਹੋ ਗਈ। ਉਹ ਲੋਕ ਗੁਰਬਾਣੀ ਬਣ ਚੁੱਕੇ ਸੀ। ਸੋ ਉਹ ਗੁਰਬਾਣੀ ਬਣੀਏ ਵਾਲਾ ਜਿਹੜਾ ਫਲਸਫਾ ਹੈ ਉਹ ਇਸ ਕੈਟਾਗਰੀ ਨੂੰ, ਆਤਮਾ ਅਤੇ ਪਰਮਾਤਮਾ ਦੀ ਕੈਟਾਗਰੀ ਨੂੰ ਵੀ ਡਿਸਮੈਂਟਲ ਕਰਦਾ। ਸੋ ਅਗਰ ਆਪਾਂ ਗੁਰੂ ਨਾਨਕ ਦੇ ਘਰ ਦੀ ਗੱਲ ਕਰਾਂਗੇ ਨਾ, ਸਾਨੂੰ ਇਹ ਸਮਝਣਾ ਪਊਗਾ ਕਿ ਉੱਥੇ ਜਾ ਕੇ ਕੋਈ ਵੀ ਕੈਟਾਗਰੀ ਐਗਜ਼ਿਸਟ ਨਹੀਂ ਕਰਦੀ। ਗੁਰੂ ਨਾਨਕ ਦੇ ਸਿੱਖ ਹੋਣ ਲਈ ਸਭ ਤੋਂ ਪਹਿਲਾਂ ਸਾਨੂੰ ਕੈਟਾਗਰੀਜ਼ ਦੇ ਵਿੱਚੋਂ ਬਾਹਰ ਨਿਕਲਣਾ ਪਊਗਾ। ਸਾਨੂੰ ਇਹ ਸਮਝਣਾ ਪਊਗਾ ਕਿ ਅਗਰ ਅਸੀਂ ਗੁਰੂ ਨਾਨਕ ਦੇ ਸਿੱਖ ਕਹਾਉਂਦੇ ਹਾਂ, ਅਗਰ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ, ਜਾਂ ਅਸੀਂ ਸਿੱਖੀ ਦੇ ਵੱਲ ਵੱਧ ਰਹੇ ਹਾਂ, ਜਾਂ ਅਸੀਂ ਸਮਝ ਰਹੇ ਹਾਂ, ਤਾਂ ਸਾਨੂੰ ਸਭ ਤੋਂ ਪਹਿਲਾਂ ਜਿਹੜੀਆਂ ਕੈਟਾਗਰੀਜ਼ ਨੇ ਉਹਨਾਂ ਨੂੰ ਡਿਸਮੈਂਟਲ ਕਰਨਾ ਪਊਗਾ। ਸਾਨੂੰ ਇਹ ਸਮਝਣਾ ਪਊਗਾ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਕੈਟਾਗਰੀ ਪ੍ਰਵਾਨ ਨਹੀਂ ਹੋ ਸਕਦੀ। ਹੁਣ ਜਿੱਥੇ ਅਮੀਰ ਗਰੀਬ ਦੀ ਗੱਲ ਆ ਜਾਂਦੀ ਹੈ ਤਾਂ ਉੱਥੇ ਗੁਰੂ ਨਾਨਕ ਪਾਤਸ਼ਾਹ ਜਦੋਂ ਆਪਾਂ ਕਹਿੰਦੇ ਹਾਂ ਕਿ ਉੱਚੀ ਜਾਤ ਆ ਜੀ, ਜਾਂ ਨੀਵੀਂ ਜਾਤ ਆ ਜੀ, ਅੱਜ ਕੱਲ੍ਹ ਇਹਨਾਂ ਦੇ ਉੱਤੇ ਵੀ ਬਹੁਤ ਕੰਟਰੋਵਰਸੀਜ਼ ਪੈਦਾ ਹੁੰਦੀਆਂ। ਹੁਣ ਆਪਾਂ ਗੁਰੂ ਨਾਨਕ ਦੇ ਘਰੋਂ ਪੁੱਛੀਏ ਤਾਂ ਪਾਤਸ਼ਾਹ ਦੇ ਘਰ ਦੇ ਵਿੱਚ ਸਾਨੂੰ ਹੁਕਮ ਹੁੰਦਾ, ਨਾਨਕ ਉੱਤਮ ਨੀਚ ਨਾ ਕੋਏ। ਨਾਨਕ ਉੱਤਮ ਨੀਚ ਨਾ ਕੋਏ, ਐਸਾ ਕੋਈ ਨਹੀਂ ਆ, ਨਾ ਕੋਈ ਉੱਤਮ ਹੈ ਨਾ ਕੋਈ ਨੀਚ ਹੈ। ਅਤੇ ਜੇ ਇਹ ਨੀਚ ਅਤੇ ਉੱਤਮ ਵਾਲੀ ਕੈਟਾਗਰੀ ਐਗਜ਼ਿਸਟ ਕਰਨੀ ਹੀ ਕਰਨੀ ਹੈ, ਜੇ ਤੁਸੀਂ ਸਮਝਣਾ ਹੀ ਸਮਝਣਾ, ਤਾਂ ਇਹ ਸਮਝ ਲਓ ਕਿ ਹਰ ਉਹ ਇਨਸਾਨ ਜੋ ਗੁਰੂ ਦੇ ਭਾਣੇ ਦੇ ਵਿੱਚ ਰਹਿ ਕੇ ਕੰਮ ਕਰ ਰਿਹਾ ਉਹ ਉੱਤਮ ਹੈ, ਔਰ ਹਰ ਉਹ ਇਨਸਾਨ ਜੋ ਨਹੀਂ ਕਰ ਰਿਹਾ ਉਹ ਨੀਚ ਹੈ। ਹੁਣ ਗੁਰੂ ਦਾ ਭਾਣਾ ਵੀ ਇਹ ਵੀ ਸਾਨੂੰ ਸਮਝਣਾ ਪਊਗਾ ਕਿ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਨੌਨ ਸਿੱਖ ਆ ਉਹ ਨੀਚ ਹੋ ਗਏ, ਨਹੀਂ। ਗੁਰੂ ਦਾ ਭਾਣਾ ਜੋ ਹੈ ਉਹ ਗੁਰੂ ਕੌਣ ਹੈ? ਸ਼ਬਦ ਗੁਰੂ। ਔਰ ਸ਼ਬਦ ਗੁਰੂ ਹਰ ਇੱਕ ਬੰਦੇ ਦਾ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਇੰਟਰਪ੍ਰੀਟੇਸ਼ਨ ਕਰਨ ਦਾ ਤਰੀਕਾ ਹੋ ਸਕਦਾ। ਸ਼ਬਦ ਗੁਰੂ ਦੇ ਭਾਣੇ ਦੇ ਵਿੱਚ ਯਾਨੀ ਕਿ ਜੋ ਸੱਚੀ ਕਿਰਤ ਕਮਾਈ, ਜੋ ਸੱਚਾ, ਔਰ ਕਿਰਤ ਕਮਾਈ ਸਿਰਫ ਕਿੱਤੇ ਤੱਕ ਨਹੀਂ ਮਹਿਫੂਜ਼ ਨਹੀਂ ਹੈ, ਉਹ ਬਹੁਤ ਲੰਬੀ ਚੌੜੀ ਖੇਡ ਆ। ਉਹ ਸਾਡਾ ਰੋਜ਼ਮर्रा ਜੋ ਅਸੀਂ ਆਪਣੇ ਕਰਮ ਕਰਕੇ ਇਕੱਠੇ ਕਰ ਰਹੇ ਹਾਂ ਉਹ ਵੀ ਕਿਰਤ ਕਮਾਈ ਹੈ। ਜੋ ਸੱਚੀ ਸੁੱਚੀ ਕਿਰਤ ਕਮਾਈ ਵਾਲੇ ਲੋਕ ਨੇ ਸਿਰਫ ਉਹੀ ਉੱਤਮ ਨੇ, ਬਾਕੀ ਸਾਰੇ ਨੀਚ ਨੇ। ਅਤੇ ਜਿਹੜੇ ਅਗਰ ਆਪਾਂ ਜਾਤਾਂ ਦੇ ਆਧਾਰ ਦੇ ਉੱਤੇ ਸੋਚਦੇ ਹਾਂ ਕਿ ਕੋਈ ਉੱਤਮ ਨੀਚ ਵਾਲੀਆਂ ਜਿਹੜੀਆਂ ਸੁਸਾਇਟੀ ਨੇ ਸਾਨੂੰ ਕੰਸਟਰਕਟ ਕਰਕੇ ਦਿੱਤੀਆਂ ਸੀ ਬਾਈਨਰੀਜ਼, ਤਾਂ ਉਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਹਰ ਕਾ ਦਾਸ ਨੀਚ ਕੁਲ ਸੁਣੈ, ਤਿਸਕੇ ਸੰਗ ਖਿਨ ਮਹਿ ਉਧਰੇ। ਹਰ ਕਾ ਦਾਸ ਨੀਚ ਕੁਲ ਸੁਣੇ, ਤਿਸਕੇ ਸੰਗ ਖਿਨ ਮਹਿ ਉਧਰੇ। ਹੁਣ ਉਹ ਕਹਿੰਦੇ ਕਿ ਜੇ ਪਰਮਾਤਮਾ ਦਾ ਦਾਸ, ਜੇ ਉਸ ਹਰ ਦਾ ਉਸ ਪਰਮ ਪਿਤਾ ਪਰਮਾਤਮਾ ਦਾ ਜਿਹੜਾ ਦਾਸ ਹੈ, ਅਗਰ ਉਹ ਸੁਣਿਆ ਹੈ ਕਿ ਅਗਰ ਉਹ ਕਿਸੇ ਨੀਚ ਕੁਲ ਦੇ ਵਿੱਚ ਵੀ ਪੈਦਾ ਹੋਇਆ, ਸੋ ਕਾਲਡ ਨੀਚ ਕੁਲ ਦੇ ਵਿੱਚ, ਤਾਂ ਉਹਦੇ ਨਾਲ ਵੀ ਤੁਹਾਡਾ ਜਿਹੜਾ ਤੁਸੀਂ
ਛਿਨ ਦੇ ਵਿੱਚ, ਇੱਕ ਕੁਛ ਸਮੇਂ ਦੇ ਵਿੱਚ ਹੀ ਉਹ ਤੁਹਾਡਾ ਉਧਾਰਾ ਹੋ ਸਕਦਾ। ਸੋ ਇੱਥੇ ਉਹ ਜਿਹੜਾ ਨੀਚ ਕੁਲ ਦੇ ਵਿੱਚ ਪੈਦਾ ਹੋਇਆ, ਪਰ ਉਹ ਹੈ ਤਾਂ ਹਰਕਾ ਦਾਸ ਨਾ, ਤੂੰ ਆਪਣੇ ਆਪ ਹੀ ਉੱਤਮ ਹੋ ਗਿਆ, ਉਹ ਊਚ ਹੋ ਗਿਆ। ਸੋ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੈਟਾਗਰੀ ਦਾ ਕੋਈ ਵੀ ਜਗ੍ਹਾ ਨਹੀਂ ਹੈ। ਅਗਰ ਅਸੀਂ ਆਪਣੇ ਆਪ ਨੂੰ ਕਿਸੇ ਤਰੀਕੇ ਦੀ ਵੀ ਕੈਟਾਗਰੀ ਦੇ ਵਿੱਚ ਦੇਖਦੇ ਹਾਂ, ਜਾਂ ਅਸੀਂ ਦੁਨੀਆ ਨੂੰ ਕਿਸੇ ਕੈਟਾਗਰੀ ਦੇ ਵਿੱਚ ਦੇਖਦੇ ਹਾਂ, ਤਾਂ ਸਾਨੂੰ ਸਮਝਣਾ ਪਊਗਾ ਕਿ ਅਸੀਂ ਸਿੱਖੀ ਤੋਂ ਬਹੁਤ ਦੂਰ ਹਾਂ। ਅਗਰ ਕੋਈ ਉੱਚਾ ਹੈ ਤਾਂ ਉਹ ਸਿਰਫ ਉਸ ਦਾ ਨਾਮ, ਨਾ ਕੋਈ ਔਰਤ ਉੱਚੀ, ਨਾ ਕੋਈ ਮਰਦ ਉੱਚਾ, ਨਾ ਕੋਈ ਗਰੀਬ ਉੱਚਾ, ਨਾ ਕੋਈ ਅਮੀਰ ਉੱਚਾ, ਨਾ ਕੋਈ ਕਿਸੇ ਪਰਟੀਕੂਲਰ ਜਾਤ 'ਚ ਪੈਦਾ ਹੋਣ ਵਾਲਾ ਉੱਚਾ, ਅਤੇ ਜਾਂ ਕੋਈ ਪਰਟੀਕੂਲਰ ਜਾਤ 'ਚ ਨਾ ਪੈਦਾ ਹੋਣ ਵਾਲਾ ਉੱਚਾ। ਸੋ ਐਸਾ ਕੋਈ ਵੀ ਕੈਟਾਗਰੀ ਜਿਹੜੀ ਆ ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ। ਜੇ ਅਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਬੈਠ ਕੇ ਵੀ ਇਹਨਾਂ ਕੈਟਾਗਰੀਜ਼ ਨੂੰ ਸੰਭਾਲ ਕੇ ਬੈਠੇ ਹੋਏ ਆ ਨਾ, ਅਗਰ ਅਸੀਂ ਕਹਿੰਦੇ ਉਹ ਤਾਂ ਗਰੀਬ ਬੜਾ ਜਿਹਾ ਬੰਦਾ ਆ, ਤਾਂ ਸਾਨੂੰ ਸਵਾਲ ਆਪਣੇ ਆਪ ਨੂੰ ਕਰਨਾ ਪਊਗਾ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਅਮੀਰ ਕੌਣ ਹੈ, ਅਤੇ ਕਿਆ ਮੈਂ ਉਸ ਅਮੀਰੀ ਦੀ ਕੈਟਾਗਰੀ 'ਚ ਆਉਂਦੀ ਹਾਂ ਜੇ ਮੈਂ ਕਿਸੇ ਨੂੰ ਗਰੀਬ ਬੜਾ ਜਿਹਾ ਕਹਿੰਦੀ ਹਾਂ? ਅਤੇ ਜੇ ਮੈਂ ਇਹ ਕਹਾਂ ਉਹ ਤਾਂ ਬਹੁਤ ਨੀਚ ਹੈ, ਤਾਂ ਫਿਰ ਮੈਨੂੰ ਗੁਰੂ ਨਾਨਕ ਦੇ ਘਰ 'ਚੋਂ ਪੁੱਛਣਾ ਪਊਗਾ ਕਿ ਕਿਆ ਮੈਂ ਉੱਤਮ ਦੀ ਕੈਟਾਗਰੀ 'ਚ ਆਉਂਦੀ ਹਾਂ, ਕਿਆ ਮੈਂ ਊਚ ਦੀ ਕੈਟਾਗਰੀ ਵਿੱਚ ਆਉਂਦੀ ਹਾਂ? ਅਤੇ ਅਗਰ ਮੈਂ ਨਹੀਂ ਆਉਂਦੀ ਤਾਂ ਫਿਰ ਉਹ ਨੀਚ ਅਤੇ ਮੈਂ ਨੀਚ ਅਤੇ ਦੋਵੇਂ ਬਰਾਬਰ ਹੋਏ ਨਾ, ਫਿਰ ਇਹ ਕੈਟਾਗਰੀ ਕਿੱਥੋਂ ਆ ਗਈ? ਫਿਰ ਮੈਂ ਕੌਣ ਹੁੰਦੀ ਹਾਂ ਕਿਸੇ ਨੂੰ ਕੁਛ ਵੀ ਬੋਲਣ ਵਾਲੀ, ਹੈ ਨਾ? ਜੇ ਆਪਾਂ ਇਹ ਕਹਿੰਦੇ ਹਾਂ ਕਿ ਉਹਦੀ ਤਾਂ ਮੱਤ ਜਨਾਨੀਆਂ ਵਾਲੀ ਹੈ, ਫਿਰ ਮੈਨੂੰ ਪੁੱਛਣਾ ਪਊਗਾ ਗੁਰੂ ਨਾਨਕ ਦੇ ਘਰ 'ਚੋਂ ਕਿ ਇਸਤਰੀ ਦੀ ਮੱਤ ਹੁੰਦੀ ਕੀ ਹੈ, ਅਤੇ ਮਰਦ ਦੀ ਮੱਤ ਕਿਹੜੀ ਆ, ਔਰ ਮਰਦ ਕੌਣ ਹੈ? ਸਿਰਫ ਇੱਕ ਪਰਮਾਤਮਾ। ਅਤੇ ਫਿਰ ਮੈਨੂੰ ਇਹ ਪੁੱਛਣਾ ਪਊਗਾ, ਚਾਹੇ ਮੈਂ ਬੋਡੀ ਦੇ ਵਿੱਚ, ਹਿਊਮਨ ਬੋਡੀ ਵਿੱਚ ਆਦਮੀ ਹਾਂ ਜਾਂ ਔਰਤ, ਪਰ ਮੈਨੂੰ ਇਹ ਪੁੱਛਣਾ ਪਊਗਾ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਕਿ ਕਿਆ ਮੈਂ ਉਸ ਮਰਦ ਦੀ ਕੈਟਾਗਰੀ ਵਿੱਚ ਆਉਣਾ ਆ ਜਾਂ ਆਉਣਾ ਆ? ਜੇ ਨਹੀਂ ਆਉਂਦੀ ਜਾਂ ਨਹੀਂ ਆਉਂਦਾ ਤਾਂ ਫਿਰ ਮੈਨੂੰ ਇਹਨਾਂ ਕੈਟਾਗਰੀਜ਼ ਵਿੱਚ ਬੰਨ੍ਹਣ ਦੀ ਕੋਈ ਲੋੜ ਨਹੀਂ। ਜਿਸ ਦਿਨ ਅਸੀਂ ਇਸ ਲੈਵਲ 'ਤੇ ਆ ਗਏ ਨਾ, ਜਿਸ ਦਿਨ ਅਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਸਮਝਣ ਲੱਗ ਗਏ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਕੈਟਾਗਰੀਜ਼ ਨਹੀਂ, ਉਸ ਦਿਨ ਅਸੀਂ ਨਿਰਵੈਰ ਨਿਰਭਉ ਦਾ ਫਲਸਫਾ ਸਮਝ ਜਾਵਾਂਗੇ। ਉਸ ਦਿਨ ਅਸੀਂ ਉਹਨੂੰ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਾਂਗੇ। ਅਸੀਂ ਸਿਰਫ ਜਪਜੀ ਸਾਹਿਬ ਦੇ ਵਿੱਚ ਪੜ੍ਹਾਂਗੇ ਨਹੀਂ ਨਿਰਭਉ ਨਿਰਵੈਰ, ਅਸੀਂ ਉਹਨੂੰ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਾਂਗੇ। ਉਹ ਸਾਡੀ ਆਪਣੀ ਹੀ ਪਰਸਨੈਲਿਟੀ ਦਾ ਇੱਕ ਹਿੱਸਾ ਹੋ ਜਾਊਗਾ। ਹੁਣ ਇਸੇ ਤਰੀਕੇ ਨਾਲ ਹੀ ਸੋ ਆਪਾਂ ਅਗਰ ਇੱਕ ਗੋਲਡਨ ਰੂਲ ਲੈ ਕੇ ਚੱਲਣਾ ਹੋਵੇ ਸਿੱਖੀ ਦਾ, ਤਾਂ ਉਹ ਇਹ ਸਮਝਣਾ ਪਊਗਾ ਨੋ ਕੈਟਾਗਰੀਜ਼ ਐਟ ਆਲ। ਇਹ ਸਾਨੂੰ ਲੈ ਕੇ ਚੱਲਣਾ ਪਊਗਾ, ਦੇਰ ਇਜ਼ ਨੋ ਕੈਟਾਗਰੀ ਐਟ ਆਲ। ਸਿੱਖੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੈਟਾਗਰੀ ਦਾ ਕੋਈ ਵੀ ਥਾਂ ਨਹੀਂ ਹੈ। ਇਹ ਸਾਨੂੰ ਸਮਝਣਾ ਪਊਗਾ ਔਰ ਇਹਨੂੰ ਪ੍ਰੈਕਟਿਸ ਕਰਨਾ ਪਊਗਾ। ਜਦ ਤੱਕ ਅਸੀਂ ਸਿਰਫ ਬੋਲਦੇ ਜਾਵਾਂਗੇ, ਤੋਤਾ ਰਟਨ ਲਾਈ ਜਾਵਾਂਗੇ, ਤਦ ਤੱਕ ਕੁਛ ਨਹੀਂ ਹੋਣਾ। ਇਹਨੂੰ ਪ੍ਰੈਕਟਿਸ ਕਰਨਾ ਪਊਗਾ। ਨਾ ਕੋਈ ਉੱਚਾ, ਨਾ ਕੋਈ ਨੀਚਾ, ਨਾ ਕੋਈ ਮਾੜਾ, ਨਾ ਕੋਈ ਚੰਗਾ, ਨਾ ਔਰਤ, ਨਾ ਮਰਦ, ਨਾ ਦਲਿਤ, ਨਾ ਕੋਈ ਜੱਟ, ਕੋਈ ਕੈਟਾਗਰੀ ਐਗਜ਼ਿਸਟ ਨਹੀਂ ਕਰਦੀ ਗੁਰੂ ਨਾਨਕ ਦੇ ਘਰ ਦੇ ਵਿੱਚ। ਸੋ ਸਾਡੀਆਂ ਜਿਹੜੀ ਮੂਲ ਪ੍ਰੋਬਲਮ ਹੈ ਉਹ ਇਹੀ ਹੈ ਕਿ ਅਸੀਂ ਆਪਣੀਆਂ ਸਾਖੀਆਂ ਨੂੰ ਵੀ ਜਿਹੜੀਆਂ ਜਨਮ ਸਾਖੀਆਂ, ਅਸੀਂ ਉਹਨਾਂ ਨੂੰ ਵੀ ਇੰਟਰਪ੍ਰੈਟ ਇੰਝ ਹੀ ਕੀਤਾ ਕਿ ਅਸੀਂ ਉਹਨਾਂ ਨੂੰ ਵੀ ਕੈਟਾਗਰੀਜ਼ ਵਿੱਚ ਡਿਵਾਈਡ ਕਰ ਲਿਆ। ਭਾਈ ਲਾਲੋ ਦੀ ਹੀ ਕਹਾਣੀ ਦੇ ਉੱਤੇ ਆਪਾਂ ਫਿਰ ਸਾਖੀ 'ਤੇ ਜਾਂਦੇ ਹਾਂ। ਭਾਈ ਲਾਲੋ ਅਤੇ ਮਲਕ ਭਾਗੋ ਨੂੰ ਅਸੀਂ ਦੋ ਆਈਕਨ ਬਣਾ ਦਿੱਤੇ ਜਾਂ ਦੋ ਸਿੰਬਲ ਬਣਾ ਦਿੱਤੇ। ਭਾਈ ਲਾਲੋ ਜਿਹੜੇ ਨੇ ਉਹ ਗਰੀਬ ਨੇ ਔਰ ਮਲਕ ਭਾਗੋ ਅਮੀਰ ਹੈ, ਜੋ ਆਪਾਂ ਅੱਜ ਤੱਕ ਕਰਦੇ ਰਹੇ ਹਾਂ। ਔਰ ਗਰੀਬ ਦੀ ਰੋਟੀ ਪ੍ਰਵਾਨ ਹੋ ਗਈ, ਅਮੀਰ ਦੀ ਰੋਟੀ ਪ੍ਰਵਾਨ ਨਹੀਂ ਹੋਈ। ਇਹਦੇ ਨਾਲ ਹੋਇਆ ਕੀ? ਅਮੀਰ ਦੇ ਵਾਸਤੇ ਨਫ਼ਰਤ ਅਤੇ ਗਰੀਬ ਦੇ ਵਾਸਤੇ ਆਪਾਂ ਕਹਿ ਦਿੰਦੇ ਹਾਂ ਕਿ ਗੁਰੂ ਦਾ ਘਰ ਤਾਂ ਗਰੀਬ ਵਾਸਤੇ ਹੀ, ਔਰ ਗਰੀਬ ਆਪਾਂ ਸਾਰੇ ਹੀ ਹਾਂ। ਅਸੀਂ ਇਹ ਸਮਝਣਾ ਹੀ ਭੁੱਲ ਗਏ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਦਾ ਘਰ ਸਿਰਫ ਗਰੀਬਾਂ ਵਾਸਤੇ ਆ, ਤਾਂ ਫਿਰ ਆਪਾਂ ਇਹ ਕਹਿੰਦੇ ਹਾਂ ਕਿ ਅਮੀਰਾਂ ਵਾਸਤੇ ਨਹੀਂ। ਤਾਂ ਫਿਰ ਆਪਾਂ ਇਹ ਕਹਿ ਦਿੰਦੇ ਹਾਂ ਕਿ ਕੋਈ ਅਮੀਰ ਐਗਜ਼ਿਸਟ ਕਰਦਾ ਹੈ ਦੁਨੀਆ ਦੇ ਵਿੱਚ। ਔਰ ਅਮੀਰ ਦੇ ਘਰ ਦੇ ਵਿੱਚ, ਕਿਉਂਕਿ ਗੁਰੂ ਦਾ ਘਰ ਅਮੀਰ ਦਾ ਹੀ ਘਰ ਹੈ, ਉਸ ਪਰਮਾਤਮਾ ਦਾ। ਅਮੀਰ ਉਹ ਕੇਵਲ ਇੱਕ ਪਰਮਾਤਮਾ, ਬਾਕੀ ਅਸੀਂ ਸਾਰੇ ਗਰੀਬ ਹਾਂ। ਔਰ ਸਾਡੇ ਸਾਰਿਆਂ ਵਾਸਤੇ ਸਾਨੂੰ ਇਹ ਸਮਝਣਾ ਪਊਗਾ, ਸਾਨੂੰ ਆਪਣੀ ਦਿਮਾਗ ਦੇ ਵਿੱਚੋਂ, ਸਾਨੂੰ ਆਪਣੀ ਆਤਮਾ ਦੇ ਵਿੱਚੋਂ ਜਿਸ ਬਾਈਨਰੀਜ਼ ਦੇ ਵਿੱਚ ਅਸੀਂ ਬੰਨੇ ਹੋਏ ਹਾਂ, ਸੁਸਾਇਟੀ ਨੇ ਸਾਨੂੰ ਬੰਨਿਆ, ਉਹ ਤੋੜਨੀਆਂ ਪੈਣਗੀਆਂ। ਸਾਨੂੰ ਇਹ ਜੰਜਾਲ ਤੋੜਨੇ ਪੈਣਗੇ। ਸਾਨੂੰ ਇੱਕ ਇਨਸਾਨ ਨੂੰ ਦੇਖਣ ਦੇ ਨਜ਼ਰੀਏ ਬਦਲਣੇ ਪੈਣਗੇ। ਸਾਨੂੰ ਨਜ਼ਰੀਆ ਬਦਲਣਾ ਪਊਗਾ ਕਿ ਮੈਂ ਜਦੋਂ ਕਿਸੇ ਨਾਲ ਗੱਲ ਕਰਦੀ ਹਾਂ ਤਾਂ ਮੈਂ ਪਹਿਲਾਂ ਇਹ ਸੋਚਦੀ ਹਾਂ ਕਿ ਮੈਂ ਆਦਮੀ ਨਾਲ ਗੱਲ ਕਰ ਰਹੀ ਹਾਂ, ਔਰਤ ਨਾਲ ਗੱਲ ਕਰ ਰਹੀ ਹਾਂ, ਅਮੀਰ ਨਾਲ ਕਰ ਰਹੀ ਹਾਂ, ਗਰੀਬ ਨਾਲ ਕਰ ਰਹੀ ਹਾਂ, ਪੜ੍ਹੇ ਲਿਖੇ ਨਾਲ ਕਰ ਰਹੀ ਹਾਂ, ਅਨਪੜ੍ਹ ਨਾਲ ਕਰ ਰਹੀ ਹਾਂ। ਤਾਂ ਇਹ ਸਾਰੀਆਂ ਬਾਈਨਰੀਜ਼ ਜਿਹੜੀਆਂ ਉਹ ਮੈਨੂੰ ਗੁਰੂ ਘਰ ਤੋਂ ਦੂਰ ਕਰਦੀਆਂ ਨੇ, ਉਹ ਮੇਰੇ ਗੁਰੂ ਦੇ ਦਰ ਤੋਂ ਮੈਨੂੰ ਦੂਰ ਕਰਦੀਆਂ ਨੇ। ਔਰ ਇਹਨਾਂ ਨੂੰ ਤੋੜ ਕੇ ਹੀ ਸਿੱਖੀ ਦੇ ਵਿੱਚ ਅੱਗੇ ਵਧਿਆ ਜਾ ਸਕਦਾ। ਹੁਣ ਅਗਲੀ ਗੱਲ ਇਹਦੇ ਵਿੱਚ ਅਗਰ ਮੈਂ ਇਹਨੂੰ ਪੂਰੇ ਨੂੰ
ਇੱਕ ਵਰਡ ਦੇ ਵਿੱਚ ਬੋਲਣਾ ਹੋਵੇ ਤਾਂ ਉਹ ਇਹ ਹੈ ਕਿ ਗੁਰੂ ਨਾਨਕ ਦਾ ਘਰ ਹਮੇਸ਼ਾ ਵਨਨੈਸ ਦੀ ਗੱਲ ਕਰਦਾ, ਇੱਕ ਦੀ ਗੱਲ ਕਰਦਾ ਕਿ ਇੱਕੋ ਹੀ ਇੱਕ ਐਗਜ਼ਿਸਟ ਕਰਦਾ। ਜਿਹੜੀ ਇੱਕ ਦੂਸਰੀ ਬਾਈਨਰੀ ਉਹ ਪਰਮਾਤਮਾ, ਜਿਹੜੇ ਦੂਸਰਾ ਜਿਹੜੀ ਆਤਮਾ ਹੈ ਉਹ ਵੀ ਪਰਮਾਤਮਾ ਦੇ ਵਿੱਚ ਲੀਨ ਹੋਣ ਨੂੰ ਹੀ ਆਈ ਹੈ। ਔਰ ਜਦ ਤੱਕ ਉਹ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੁੰਦੀ 84 ਦਾ ਗੇੜ ਚੱਲਦਾ ਰਹੂਗਾ। ਸੋ ਬੇਸਿਕਲੀ ਜਿਹੜਾ ਗੁਰੂ ਨਾਨਕ ਦਾ ਘਰ ਹੈ ਉਹ ਸਾਰੀਆਂ ਬਾਈਨਰੀਜ਼ ਨੂੰ ਤੋੜ ਕੇ ਏਕੇ ਦੇ ਵਿੱਚ ਸੰਮਿਲਿਤ ਕਰਨ ਦਾ ਵਾਸਤੇ ਹੈ। ਹੁਣ ਉਹ ਏਕੇ ਦੇ ਵਿੱਚ ਸੰਮਿਲਿਤ ਹੋਣਾ ਹੀ ਸਾਡਾ ਜਿਹੜਾ ਹੈ ਉਹ ਮੇਨ ਟਾਰਗੇਟ ਹੈ। ਇਹਦੇ ਵਾਸਤੇ ਇੱਕ ਛੋਟੀ ਜਿਹੀ ਗੱਲ ਮੈਂ ਹੋਰ ਐਡ ਕਰੂੰਗੀ ਕਿ ਜੇ ਆਪਾਂ ਇਹਦਾ ਹਵਾਲਾ ਹੋਰ ਵੀ ਲੈਣਾ ਹੋਵੇ ਤਾਂ ਜਿਹੜਾ ਗੁਰੂ ਨਾਨਕ ਦਾ ਘਰ ਵਨਨੈਸ ਦੀ ਗੱਲ ਕਰਦਾ, ਇਹਦਾ ਹਵਾਲਾ ਸਾਨੂੰ ਗੁਰੂ ਨਾਨਕ ਦੇ ਆਪਣੇ ਨਾਮ 'ਚੋਂ ਵੀ ਮਿਲ ਜਾਂਦਾ। ਨਾਨਕ ਨਾਮ ਮੈਂ ਕਿਤੇ ਇਹ ਦੇਖਿਆ ਸੀ, ਪੜ੍ਹਿਆ ਸੀ ਕਿ ਨਾਨਕ ਨਾਮ ਗੁਰੂ ਨਾਨਕ ਪਾਤਸ਼ਾਹ ਦੇ ਹੋਣ ਤੋਂ ਪਹਿਲਾਂ ਕਦੀ ਕਿਸੇ ਦਾ ਨਹੀਂ ਹੋਇਆ, ਨਾ ਕਿਸੇ ਹਿੰਦੂ ਦਾ, ਨਾ ਕਿਸੇ ਮੁਸਲਮਾਨ ਦਾ। ਨਾਨਕ ਪਹਿਲੇ ਸੀ, ਗੁਰੂ ਨਾਨਕ ਪਾਤਸ਼ਾਹ ਪਹਿਲੇ ਸੀ ਜਿਨ੍ਹਾਂ ਦਾ ਨਾਮ ਨਾਨਕ ਹੋਇਆ। ਹੁਣ ਨਾਨਕ ਦਾ ਮਤਲਬ ਕੀ ਹੈ? ਤਾਂ ਸੰਸਕ੍ਰਿਤ ਦੇ ਜਿਹੜੇ ਵਿਦਵਾਨ ਨੇ ਉਹ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਸਮਝਦੇ ਨੇ, ਨਾ ਅਨਿਕ, ਨਾ ਅਨਿਕ, ਨਾਨਕ। ਨਾ ਅਨਿਕ ਮਤਲਬ ਜਿਹਦੇ 'ਚ ਡਿਊਅਲਿਟੀ ਹੈ ਨਹੀਂ, ਜਿਹੜਾ ਦੋ ਹਿੱਸਿਆਂ 'ਚ ਨਹੀਂ ਹੈ, ਜਿਹੜਾ ਅਨੇਕਤਾ ਵਿੱਚ ਨਹੀਂ ਸਿਰਫ ਏਕਤਾ ਦੇ ਵਿੱਚ ਹੈ, ਜਿਹਦੀ ਗੱਲ ਇੱਕ ਹੈ। ਮੈਂ ਕਿਤੇ ਪੜ੍ਹਿਆ ਸੀਗਾ, ਉਹ ਮੈਂ ਪੜ੍ਹ ਕੇ ਸੁਣਾ ਦਿੰਦੀ ਹਾਂ। ਜਿਹਦੇ 'ਚ ਅਨੇਕਤਾ ਨਹੀਂ, ਦੂਜੀ ਗੱਲ ਨਹੀਂ, ਦੁਵਿਧਾ ਨਹੀਂ, ਏਕੇ ਨੂੰ ਵੇਖਦਾ ਹੈ, ਸੁਣਦਾ ਹੈ, ਗੱਲ ਕਰਦਾ ਹੈ, ਜਿਸ ਦਾ ਉਪਦੇਸ਼ ਸੰਦੇਸ਼ ਇੱਕ ਦਾ ਹੈ, ਉਹ ਨਾਨਕ ਹੈ। ਹੁਣ ਜਿਸ ਦੇ ਨਾਮ ਦਾ ਹੀ ਅਰਥ, ਹੁਣ ਇੱਥੋਂ ਆਪਾਂ ਸਮਝ ਲਈਏ ਕਿ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਕਿਸੇ ਇਨਸਾਨ ਨੇ ਨਹੀਂ ਰੱਖਿਆ, ਉਹ ਨਾਮ ਰੂਹਾਨੀ ਉਤਰਿਆ। ਜਿਵੇਂ ਬਾਬਾ ਨਾਨਕ ਸਾਡੇ ਕਹਿੰਦੇ ਨੇ ਨਾ ਕਿ ਧੁਰ ਕੀ ਬਾਣੀ ਆਈ, ਇਸੇ ਤਰੀਕੇ ਨਾਲ ਉਹਦਾ ਨਾਮ ਵੀ ਧੁਰੋਂ ਹੀ ਆਇਆ। ਔਰ ਉਹ ਨਾਮ ਦੇ ਵਿੱਚ ਹੀ ਆਪਣੇ ਆਪ ਦੇ ਵਿੱਚ ਇੱਕ ਫਲਸਫਾ ਹੈ, ਨਾਮ ਦੇ ਵਿੱਚ ਹੀ ਇੱਕ ਫਿਲੋਸਫੀ ਹੈ। ਔਰ ਉਸ ਫਿਲੋਸਫੀ ਦੇ ਵਿੱਚ ਹੀ ਸ਼ੰਖਨਾਦ ਹੋ ਜਾਂਦਾ ਕਿ ਉਹ ਕਿਵੇਂ ਦਾ ਧਰਮ ਪ੍ਰੋਵਾਈਡ ਕਰਨਗੇ। ਨਾਨਕ, ਜਿਸ ਦੇ ਵਿੱਚ ਕੋਈ ਡੁਐਲਿਟੀ ਨਹੀਂ ਹੋਊਗੀ, ਜਿਹੜਾ ਸਿਰਫ ਇੱਕ ਦੀ ਗੱਲ ਕਰੂਗਾ, ਜਿਸ ਦਾ ਸੰਦੇਸ਼ ਇੱਕ ਦਾ ਹੋਊਗਾ, ਉਹ ਹੈ ਨਾਨਕ। ਔਰ ਉਸ ਦਾ ਧਰਮ ਵੀ ਏਕੇ ਦਾ ਹੀ ਹੋ ਸਕਦਾ, ਦੋਵਾਂ ਦਾ ਧਰਮ ਉਹ ਹੋ ਨਹੀਂ ਸਕਦਾ। ਹੁਣ ਜਦੋਂ ਇੱਕ ਪ੍ਰਾਪਤ ਹੋ ਗਿਆ, ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਉਹਨਾਂ ਦੇ ਫਲਸਫੇ ਦੇ ਉੱਪਰ ਚੱਲਦੇ ਹੋਏ ਦੇਖਾਂਗੇ, ਜਦੋਂ ਇੱਕ ਪ੍ਰਾਪਤ ਹੋ ਗਿਆ ਫਿਰ ਦੂਸਰੇ ਦੀ ਕੋਈ ਗੱਲ ਨਹੀਂ ਰਹਿ ਜਾਂਦੀ। ਅਤੇ ਜਦੋਂ ਦੋ ਰਹੇ ਹੀ ਨਾ, ਜਦੋਂ ਆਪਣੇ ਕੋਲ ਦੋ ਹੈ ਹੀ ਨਹੀਂ, ਤਾਂ ਫਿਰ ਸਾਡੇ ਕੋਲ ਬਚਦਾ ਕੀ ਹੈ? ਨਿਰਵੈਰ ਨਿਰਭਉ। ਜਦੋਂ ਮੈਨੂੰ ਇਹ ਸਮਝ ਆ ਗਈ ਕਿ ਜੋ ਮੈਂ ਹਾਂ ਉਹੀ ਤੁਸੀਂ ਹੋ, ਜੋ ਤੁਸੀਂ ਹੋ ਉਹੀ ਮੈਂ ਹਾਂ, ਜਾਂ ਇਹ ਸਾਡੇ 'ਚ ਜਿਹੜਾ ਆਪਣੇ ਪਰਾਏ ਦੀ ਵੀ ਇੱਕ ਕੈਟਾਗਰੀ ਹੈ ਨਾ ਕਿ ਉਹ ਸਾਡੇ ਆਪਣੇ ਆ, ਇਹ ਮੇਰੇ ਪਰਾਏ ਆ, ਜਾਂ ਇਹਨਾਂ ਨੂੰ ਮੈਂ ਜਾਣਦੀ ਨਹੀਂ, ਇਹ ਮੇਰੇ ਆਪਣੇ ਆ, ਮੇਰੇ ਸਗੇ ਆ, ਉਹ ਕੈਟਾਗਰੀ ਵੀ ਖਤਮ ਹੋ ਜੂਗੀ ਤਾਂ ਮੇਰਾ ਕਿਸੇ ਨਾਲ ਵੀ ਵੈਰ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਫਿਰ ਉਹ ਨਿਰਵੈਰ ਉੱਥੇ ਬਣ ਜਾਂਦਾ। ਹੁਣ ਵੈਰ ਕੋਈ ਰਹਿ ਨਹੀਂ ਜਾਂਦਾ ਹੈ ਨਾ। ਜਦੋਂ ਆਪਾਂ ਇਹ ਗੱਲ ਕਹਿ ਦਾਂਗੇ ਏਕ ਪਿਤਾ ਏਕਸ ਕੇ ਹਮ ਬਾਰਕ, ਜਦੋਂ ਅਸੀਂ ਏਕੇ ਨੂੰ ਸਮਝ ਲਵਾਂਗੇ, ਜੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਫਲਸਫੇ ਨੂੰ ਸਮਝ ਲਵਾਂਗੇ, ਫਿਰ ਗੱਲ ਆਉਂਦੀ ਹੈ ਏਕ ਪਿਤਾ ਏਕਸ ਕੇ ਹਮ ਬਾਰਕ। ਅਗਰ ਮੇਰਾ ਪਿਤਾ ਇੱਕੋ ਹੀ ਹੈ, ਮੇਰਾ, ਤੁਹਾਡਾ, ਹੋਰ ਸਭ ਦਾ ਪਿਤਾ ਇੱਕ ਹੀ ਹੈ, ਔਰ ਉਸੇ ਇੱਕ ਦੇ ਬਾਰਿਕ ਅਸੀਂ ਹਾਂ, ਤਾਂ ਫਿਰ ਵੈਰ ਕੈਸਾ? ਕਿਹਦੇ ਨਾਲ ਵੈਰ? ਕਦੀ ਆਪਣਿਆਂ ਨਾਲ ਵੀ ਵੈਰ ਹੋਏ ਆ। ਪਰ ਇਹ ਸਾਨੂੰ ਸਮਝਣਾ ਪਊਗਾ, ਇਹ ਕੈਟਾਗਰੀਜ਼ ਨੂੰ ਡਿਸਮੈਂਟਲ ਕਰਨਾ ਪਊਗਾ ਸਾਨੂੰ। ਅੱਜ ਅਸੀਂ ਜੋ ਸਿੱਖਾਂ ਨੇ ਜੋ ਆਪਣਾ ਹਾਲ ਕਰ ਲਿਆ, ਅਸੀਂ ਆਪਣੇ ਦੇ ਵਿੱਚ ਹੀ ਕਈ ਕੈਟਾਗਰੀਜ਼ ਬਣਾਈਆਂ ਹੋਈਆਂ, ਕਈ ਤਰ੍ਹਾਂ ਦੇ ਹਿੱਸੇ ਬਣਾਏ ਹੋਏ ਆ। ਉਹ ਫਲਾਣੇ ਨੂੰ ਨਹੀਂ ਮੰਨਦੇ, ਉਹ ਇਹਨੂੰ ਨਹੀਂ ਮੰਨਦੇ, ਇਹ ਬੀ ਨੂੰ ਨਹੀਂ ਮੰਨ ਰਿਹਾ, ਬੀ ਏ ਦੀ ਗੱਲ ਨਹੀਂ ਮੰਨ ਰਿਹਾ, ਕੈਟਾਗਰੀਜ਼। ਔਰ ਦੋ ਕੈਟਾਗਰੀਜ਼ ਨਹੀਂ, ਪਤਾ ਨਹੀਂ ਕਿੰਨੀਆਂ ਕੁ ਕੈਟਾਗਰੀਜ਼ ਬਣਾ ਕੇ ਬਹਿ ਗਏ ਆ। ਗੁਰੂ ਨਾਨਕ ਦਾ ਜਿਹੜਾ ਧਰਮ ਜੋ ਗੁਰੂ ਨਾਨਕ ਨੇ ਸ਼ੁਰੂ ਕੀਤਾ ਸੀ, ਉਹ ਨਾਨਕ ਦੇ ਫਲਸਫੇ ਤੋਂ, ਨਾਨਕ ਦੇ ਫਲਸਫੇ ਤੋਂ ਹੀ ਸ਼ੁਰੂ ਕੀਤਾ ਸੀ। ਅਤੇ ਅੱਜ ਅਸੀਂ ਸਿੱਖਾਂ ਦੇ ਵਿੱਚ ਹੀ ਪਤਾ ਨਹੀਂ ਅਨੇਕਾਂ ਹੀ ਗਰੁੱਪ ਬਣ ਗਏ ਆ। ਜਦ ਤੱਕ ਅਸੀਂ ਇੱਕ ਨਹੀਂ ਹੁੰਦੇ, ਅਸੀਂ ਤਾਂ ਆਪਣੇ, ਕਿਉਂਕਿ ਅਸੀਂ ਤਾਂ ਇੱਕ ਪਰਿਵਾਰ ਦਾ ਜੀਅ ਆ ਨਾ, ਅਸੀਂ ਤਾਂ ਗੁਰੂ ਨਾਨਕ ਦੇ ਪਰਿਵਾਰ ਦਾ ਹਿੱਸਾ ਹੈ ਨਾ। ਅਤੇ ਫਿਰ ਜੇ ਅਸੀਂ ਆਪਣੇ ਵਿੱਚੋਂ ਹੀ ਬਾਈਨਰੀਜ਼ ਖ਼ਤਮ ਨਹੀਂ ਕਰ ਸਕੇ, ਜੇ ਅਸੀਂ ਆਪਣੇ ਵਿੱਚ ਹੀ ਹੋਰ ਦੁਵਿਧਾਵਾਂ ਪਾ ਕੇ ਔਰ ਹੋਰ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡੇ ਗਏ ਹਾਂ, ਤਾਂ ਅਸੀਂ ਲੋਕਾਂ ਨੂੰ, ਅਸੀਂ ਦੁਨੀਆ ਨੂੰ ਨਾਨਕ ਦਾ ਫਲਸਫਾ ਨਹੀਂ ਸਮਝਾ ਸਕਦੇ। ਅਸੀਂ ਨਹੀਂ ਦੱਸ ਸਕਦੇ ਏਕ ਪਿਤਾ ਏਕਸ ਕੇ ਹਮ ਬਾਰਕ ਦਾ ਮਤਲਬ ਕੀ ਹੈ, ਜੇ ਅਸੀਂ ਆਪਣੇ ਘਰ ਦੇ ਵਿੱਚ ਹੀ ਇਹ ਪ੍ਰੈਕਟਿਸ ਨਹੀਂ ਕਰ ਪਾਉਂਦੇ। ਤੇ ਸੋ ਸਾਨੂੰ ਸਭ ਤੋਂ ਪਹਿਲਾ ਕੰਮ ਬੀਇੰਗ ਅ ਸਿੱਖ, ਤੁਹਾਡੀ ਕਿਸੇ ਨਾਲ ਵਿਚਾਰਧਾਰਕ ਮਤਭੇਦ ਹੋ ਸਕਦਾ, ਠੀਕ ਹੈ, ਕੋਈ ਗੱਲ ਨਹੀਂ, ਉਹਨੂੰ ਰਹਿਣ ਦਿਓ।
ਗੁਰੂ ਨਾਨਕ ਮਹਾਰਾਜ ਨੇ ਸਾਨੂੰ ਗੋਸ਼ਟੀ ਦਾ ਰਾਹ ਦੱਸਿਆ, ਉਸ ਰਾਸਤੇ ਦੇ ਉੱਪਰ ਚੱਲ ਕੇ ਇੱਕ ਦੂਸਰੇ ਨਾਲ ਆਪਣਾ ਮਤਭੇਦ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰੀਏ ਕਿ ਲੌਜੀਕਲੀ ਕਿਹਦੀ ਗੱਲ ਸੱਚ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਪਰ ਇਹ ਜਿਹੜੇ ਉਹ ਕਿਸੇ ਤਰ੍ਹਾਂ ਦੇ ਵੀ ਮਤਭੇਦ ਨੂੰ ਮਨਭੇਦ ਨਾ ਬਣਾ ਲਈਏ। ਮਤਭੇਦ ਹੋਣਾ ਠੀਕ ਹੈ, ਮਨਭੇਦ ਹੋ ਜਾਣਾ ਉਹ ਗਲਤ ਹੈ। ਅਸੀਂ ਕੋਸ਼ਿਸ਼ ਕਰਕੇ ਦੇਖੀਏ ਕਿ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਕਰਕੇ ਕੋਸ਼ਿਸ਼ ਕਰੀਏ ਕਿ ਆਪਾਂ ਏਕਤਾ ਵੱਲ ਵਧੀਏ ਤਾਂ ਸਹੀ। ਏਕ ਪਿਤਾ ਏਕਸ ਕੇ ਹਮ ਬਾਰਿਕ। ਅਸੀਂ ਜੋ ਸਿੱਖ ਹਾਂ, ਅਸੀਂ ਤਾਂ ਵੈਸੇ ਹੀ ਸਾਡਾ ਤਾਂ ਪਿਤਾ ਇੱਕ ਹੈ। ਜੇ ਆਪਾਂ ਉਸ ਪਰਮਾਤਮਾ ਦੀ ਗੱਲ ਆਪਾਂ ਅਗਰ ਨਾ ਵੀ ਕਰੀਏ ਤਾਂ ਸਾਡਾ ਤਾਂ ਸਾਰਿਆਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਨੇ, ਅਤੇ ਅਸੀਂ ਤਾਂ ਮੈਟਾਫੋਰਿਕਲੀ ਨਹੀਂ, ਵੈਸੇ ਹੀ ਅਸੀਂ ਇੱਕ ਪਿਤਾ ਦੇ ਬੱਚੇ ਹਾਂ। ਅਤੇ ਜੇ ਅਸੀਂ ਆਪਸ ਦੇ ਵਿੱਚ ਹੀ ਏਕਾ ਨਹੀਂ ਬਣਾ ਸਕਦੇ ਤਾਂ ਫਿਰ ਅਸੀਂ ਲੋਕਾਂ ਨੂੰ ਨਾਨਕ ਦਾ ਫਲਸਫਾ ਨਹੀਂ ਸਮਝਾ ਪਾਵਾਂਗੇ। ਹੁਣ ਗੁਰੂ ਨਾਨਕ ਦੇ ਹੁਣ ਜਿਹੜਾ ਇੱਕ ਹੈ ਉਹਨੂੰ ਸਮਝਣਾ ਕਿ ਉਹ ਏਕਾ ਕੀ ਆ, ਤਾਂ ਉਹ ਬਾਰ-ਬਾਰ ਸਾਨੂੰ ਸਮਝਾਉਂਦੇ ਨੇ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਉਸ ਇੱਕ ਦਾ ਜਿਹੜਾ ਵੇਸ ਆ ਉਹ ਕਦੀ ਬਦਲਿਆ ਨਹੀਂ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉਹਦਾ ਇੱਕੋ ਹੀ ਵੇਸ ਰਿਹਾ ਹੈ ਨਾ। ਔਰ ਉਹ ਜਿਹੜਾ ਇੱਕ ਹੈ ਉਹ ਸਭ ਮੈਂ ਏਕੋ ਵਰਤਦਾ ਏਕੋ ਰਿਹਾ ਸਮਾਏ। ਸਾਨੂੰ ਇਹ ਸਮਝਣਾ ਪਊਗਾ। ਏਕ ਪਿਤਾ ਏਕਸ ਕੇ ਹਮ ਬਾਰਿਕ ਤੱਕ ਤਾਂ ਠੀਕ ਆ ਕਿ ਅਸੀਂ ਅਗਰ ਸਮਝ ਲਈਏ। ਅਗਰ ਸਾਨੂੰ ਇਹ ਵੀ ਸਮਝਣਾ ਔਖਾ ਲੱਗਦਾ ਤਾਂ ਫਿਰ ਆਪਾਂ ਇੰਨੀ ਕੁ ਗੱਲ ਦੇਖ ਲਈਏ ਕਿ ਇੱਕੋ ਹੀ ਹੈ ਜੋ ਸਭ ਵਿੱਚ ਵਰਤਦਾ। ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਉਹ ਇੱਕ ਹੀ ਹੈ ਜੋ ਹਰ ਕਿਸੇ ਦੇ ਵਿੱਚ ਵਰਤ ਰਿਹਾ ਹੈ। ਅਤੇ ਜੇ ਉਹ ਹਰ ਕਿਸੇ ਵਿੱਚ ਵਰਤ ਰਿਹਾ, ਫਿਰ ਕਿਆ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਮੈਨੂੰ ਉਹਦੇ ਨਾਲ ਬਹੁਤ ਨਫ਼ਰਤ ਆ, ਤਾਂ ਇਸ ਦਾ ਮਤਲਬ ਹੈ ਕਿ ਉਸ ਨਾਲ ਮੈਂ ਨਫ਼ਰਤ ਕਰ ਰਹੀ ਹਾਂ। ਇਹ ਕਿਵੇਂ ਹੋ ਸਕਦਾ ਕਿ ਇੱਕ ਪਾਸੇ ਤਾਂ ਮੈਂ ਕਹਾਂ ਕਿ ਮੈਨੂੰ ਉਹਦੇ ਨਾਲ ਬਹੁਤ ਨਫ਼ਰਤ ਹੈ ਜਿਹਦੇ ਵਿੱਚ ਉਹ ਵਰਤ ਰਿਹਾ, ਦੂਜੇ ਪਾਸੇ ਮੈਂ ਕਹਾਂ ਮੈਂ ਗੁਰੂ ਨਾਨਕ ਨੂੰ ਲੋਚਦੀ ਹਾਂ ਜਾਂ ਮੈਂ ਪਰਮਾਤਮਾ ਨੂੰ ਲੋਚਦੀ ਹਾਂ। ਇਹ ਨਹੀਂ ਹੋ ਸਕਦਾ, ਇਹ ਪੋਸੀਬਲ ਨਹੀਂ ਹੈ। ਸਾਨੂੰ ਆਪਣੇ ਅੰਦਰੋਂ ਇਹ ਜਿਹੜੀਆਂ ਹਿਪੋਕ੍ਰੇਸੀਜ਼ ਆ ਇਹ ਕੱਢਣੀਆਂ ਪੈਣਗੀਆਂ, ਡੁਐਲਿਟੀਜ਼ ਕੱਢਣੀਆਂ ਪੈਣਗੀਆਂ। ਸੋ ਗੁਰੂ ਨਾਨਕ ਦੇ ਸਾਡਾ ਅੱਜ ਵਾਲਾ ਜਿਹੜਾ ਐਪੀਸੋਡ ਸੀ, ਮੈਂ ਪਹਿਲਾਂ ਹੀ ਕਹਿ ਕੇ ਸ਼ੁਰੂ ਕੀਤਾ ਸੀਗਾ ਕਿ ਗੁਰੂ ਨਾਨਕ ਮਹਾਰਾਜ ਦੀ ਲਾਈਫ ਦੇ ਉੱਪਰ ਅੱਜ ਵਾਲਾ ਜਿਹੜਾ ਐਪੀਸੋਡ ਹੋਊਗਾ ਉਹ ਆਪਣਾ ਆਖਰੀ ਹੋਊਗਾ, ਕਿਉਂਕਿ ਸ਼ਾਇਦ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਲਾਈਫ ਦੇ ਵਿੱਚੋਂ ਹੋਰ ਕੁਝ ਸਿੱਖਿਆ ਨਹੀਂ ਜਾ ਸਕਦਾ। ਬਹੁਤ ਕੁਛ ਹੈ, ਕਿਉਂਕਿ ਗੁਰੂ ਨਾਨਕ ਆਪਣੇ ਆਪ ਦੇ ਵਿੱਚ ਹੀ ਬਹੁਤ ਵਿਸ਼ਾਲ ਫਲਸਫਾ ਹੈ। ਜੇ ਉਹਨਾਂ ਦੇ ਉਸ ਫਲਸਫੇ ਦੇ ਕੁਛ ਪੱਲੂ ਵੀ ਜਿਹੜੇ ਆਪਾਂ ਫੜ ਸਕੀਏ, ਕੁਛ ਪਹਿਲੂ ਵੀ ਲੈ ਸਕੀਏ, ਤਾਂ ਬੜਾ ਸਾਡੇ ਲਈ ਬਹੁਤ ਵੱਡੀ ਗੱਲ ਹੋ ਜੂਗੀ। ਨਾ ਮੇਰੀ ਇੰਨੀ ਸਮਰੱਥਾ ਹੈ, ਨਾ ਇਸ ਜ਼ੁਬਾਨ ਦੀ ਇੰਨੀ ਸਮਰੱਥਾ ਹੈ, ਨਾ ਮੇਰੀ ਵੋਕੈਬਲਰੀ ਦੀ ਇੰਨੀ ਸਮਰੱਥਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਪੂਰੇ ਤਰੀਕੇ ਨਾਲ ਮੈਂ ਸਮਝ ਕੇ ਸਮਝਾ ਸਕਾਂ ਜਾਂ ਡਿਸਕਸ ਕਰ ਸਕਾਂ। ਇਹ ਮੇਰੀ ਔਕਾਤ ਤੋਂ ਬਾਹਰ ਦੀ ਗੱਲ ਹੈ। ਜਿੰਨਾ ਕੁ ਵੀ ਆਪਾਂ ਕਰ ਸਕਦੇ ਹਾਂ, ਔਰ ਜਿੰਨਾ ਕੁ ਵੀ ਮੈਨੂੰ ਲੱਗਦਾ ਹੈ ਕਿ ਇਹ ਇੰਪੋਰਟੈਂਟ ਗੱਲਾਂ ਜੋ ਮੇਰੇ ਪੱਲੇ ਪੈਂਦੀਆਂ ਨੇ, ਜੋ ਮੈਨੂੰ ਸਮਝ ਆਉਂਦੀਆਂ ਨੇ, ਔਰ ਜਿਹੜੀਆਂ ਮੈਂ ਅੱਗੇ ਸ਼ੇਅਰ ਕਰ ਸਕਦੀ ਹਾਂ, ਤਾਂ ਆਪਾਂ ਉਹਨਾਂ ਨੂੰ ਇਕੱਠੀਆਂ ਕਰਕੇ ਇੱਕ ਜਗ੍ਹਾ ਦੇ ਉੱਤੇ ਰੱਖ ਲਈਏ। ਇਸ ਵਾਸਤੇ ਅੱਜ ਵਾਲਾ ਜਿਹੜਾ ਐਪੀਸੋਡ ਆ ਉਹ ਇੱਕ ਰੀਕੈਪ ਸੀਗਾ ਪੂਰੇ ਜੋ ਆਪਾਂ ਹੁਣ ਤੱਕ ਕਰ ਲਿਆ ਗੁਰੂ ਨਾਨਕ ਪਾਤਸ਼ਾਹ ਦੀ ਲਾਈਫ ਦੇ ਵਿੱਚੋਂ। ਅਗਲਾ ਜਿਹੜਾ ਐਪੀਸੋਡ ਹੋਊਗਾ ਉੱਥੇ, ਕਿਉਂਕਿ ਆਪਾਂ ਅਰਦਾਸ ਦੀ ਗੱਲ ਕਰ ਰਹੇ ਹਾਂ, ਅਤੇ ਅਰਦਾਸ ਦੇ ਵਿੱਚ ਫਿਰ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਦੀ ਗੱਲ ਆਉਂਦੀ ਆ, ਆਪਾਂ ਉਹਨਾਂ ਤੋਂ ਫਿਰ ਅੱਗੇ ਚੱਲਾਂਗੇ। ਹੁਣ ਅੱਜ ਦੀਆਂ ਮੇਰੀਆਂ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨਾ, ਔਰ ਮੈਨੂੰ ਜ਼ਰੂਰ ਆਪਣੀ ਈਮੇਲ ਦੇ ਜ਼ਰੀਏ ਲਿਖ ਕੇ ਦੱਸਣਾ ਕਿ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਾ। ਮੇਰੀਆਂ ਗਲਤੀਆਂ ਮੈਨੂੰ ਜ਼ਰੂਰ ਦੱਸਦੇ ਰਿਹਾ ਕਰੋ। ਜੇ ਮੇਰੇ ਕੋਲ ਕੋਈ ਗਲਤੀ ਹੁੰਦੀ ਆ, ਜਾਂ ਮੈਂ ਕਿਤੇ ਕੁਛ ਭੁੱਲ ਜਾਂਦੀ ਹਾਂ, ਜਾਂ ਮੈਂ ਕਿਤੇ ਕੁਛ ਵੀ ਕਿਸੇ ਤਰ੍ਹਾਂ ਨਾਲ ਵੀ ਤੁਹਾਨੂੰ ਲੱਗਦਾ ਕਿ ਇੱਥੇ ਹੋਰ ਐਡ ਹੋ ਸਕਦਾ ਸੀ, ਉਹ ਵੀ ਦੱਸਿਆ ਕਰੋ। ਜੇ ਤੁਹਾਨੂੰ ਲੱਗਦਾ ਕਿ ਮੈਂ ਕੁਛ ਬਹੁਤ ਗਲਤ ਬੋਲਤਾ, ਉਹ ਵੀ ਜ਼ਰੂਰ ਮੈਨੂੰ ਲਿਖਿਆ ਕਰੋ। ਤੁਹਾਡੀ ਹਰ ਇੱਕ ਈਮੇਲ ਮੇਰੇ ਲਈ ਬਹੁਤ ਇੰਪੋਰਟੈਂਟ ਹੈ, ਕਿਉਂਕਿ ਉਹੀ ਮੇਰੇ ਲਈ ਇੱਕ ਮਾਰਗਦਰਸ਼ਨ ਹੈ ਕਿ ਮੈਂ ਸਹੀ ਰਸਤੇ 'ਤੇ ਜਾ ਰਹੀ ਹਾਂ ਕਿ ਨਹੀਂ। ਬਹੁਤ ਜ਼ਰੂਰੀ ਹੁੰਦਾ ਕਿ ਇੱਕ ਚੈੱਕ ਰਹੇ। ਬਿਨਾਂ ਚੈੱਕ ਦੇ ਇਨਸਾਨ ਜਿਹੜਾ ਨਾ ਆਪਣੇ ਆਪ ਦੇ ਵਿੱਚ ਸੁਪਰੀਮ ਬਣ ਜਾਂਦਾ, ਉਹਨੂੰ ਲੱਗਣ ਲੱਗ ਜਾਂਦਾ ਕਿ ਮੇਰੀ ਤਾਂ ਨੌਲੇਜ ਸਾਹਮਣੇ ਸਭ ਫੇਲ ਹੈ। ਇਹ ਕਦੀ ਨਹੀਂ ਹੋਣਾ ਚਾਹੀਦਾ। ਇਸ ਕਰਕੇ ਆਪਣੀਆਂ ਈਮੇਲਸ ਦੇ ਨਾਲ ਮੈਨੂੰ ਚੈੱਕ ਜ਼ਰੂਰ ਕਰਦੇ ਰਿਹਾ ਕਰੋ। ਇੰਨੀਆਂ ਕੁ ਬੇਨਤੀਆਂ ਕਰਦੀ ਹੋਈ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਮੰਗਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।